ਗਏ ਉਹ ਆਫਤਾ, ਉਹਨਾਂ ਦੇ ਪਲੋਠੇ ਮਰੇ, ਉਹਨਾਂ ਦੇ ਜਾਨਵਰ ਮਰੇ, ਮਰੀ ਤੇ ਲਾਨਤ ਤੇ ਪਤਾ ਨਹੀਂ ਕੀ ਕੁਝ ਹੋਇਆ। ਤੇ ਜਿਹੜੇ ਯਹੂਦੀ ਨੇ, ਜਿਹੜਾ ਇਸਰਾਈਲੀ ਨੇ, ਉਹ ਪਿਆਰ ਕਰਦਾ ਹੈ, ਉਹ ਹਮੇਸ਼ਾ ਚਾਹੁੰਦਾ ਹੈ ਕਿ ਲੋਕ ਉਹਦੀ ਵਫਾਦਾਰੀ ਵਿੱਚ ਰਹਿ ਕੇ ਚੱਲਣਗੇ। ਮੈਂ ਉਹਨਾਂ ਚੀਜ਼ਾਂ 'ਚ ਨਹੀਂ ਪੈਣਾ ਜਿੱਧਰ ਜਾਣ ਦੇ ਨਾਲ ਮੇਰੇ ਨਾਲ ਪ੍ਰੋਬਲਮ ਹੁੰਦੀ ਜੇ। ਸ਼ੈਤਾਨ ਕੀ bringing souls from earth to eternal life. ਸਾਡੀ ਸੋਚ ਤੋਂ ਜ਼ਿਆਦਾ ਮੁਹੱਬਤ ਕਰਨ ਵਾਲਾ ਖੁਦਾ ਹੈ। ਜਿੰਨਾ ਤੁਸੀਂ ਸੋਚ ਨਹੀਂ ਸਕਦੇ ਉਹਦੇ ਤੋਂ ਵੀ ਉਹ ਜ਼ਿਆਦਾ ਮੁਹੱਬਤ ਕਰਨ ਵਾਲਾ ਖੁਦਾ ਹੈ। ਅਸੀਂ ਅਬਰਾਹਮ ਦੀ ਜ਼ਿੰਦਗੀ ਨੂੰ ਵੇਖੀਏ, ਉਹ ਵਾਅਦੇ ਜਿਹੜੇ ਖੁਦਾ ਨੇ ਅਬਰਾਹਮ ਦੇ ਨਾਲ ਕੀਤੇ, ਸਾਨੂੰ ਪਤਾ ਚੱਲਦਾ ਹੈ ਕਿ ਖੁਦਾ ਨੇ ਹੀ ਕਿਹਾ ਸੀ ਕਿ ਤੇਰੇ ਲੋਕ ਨੇ ਜਿਹੜੇ, ਤੇਰੀ ਕੌਮ ਹੈ ਜਿਹੜੀ, ਉਹ 400 ਸਾਲ ਜਿਹੜੀ ਹੈ ਉਹ ਗੁਲਾਮੀ 'ਚ ਰਹੇਗੀ ਤੇ ਫਿਰ ਮੈਂ ਛਡਾਵਾਂਗਾ ਉਹਨਾਂ ਨੂੰ। ਮੈਂ ਮਿਸਰ ਦੀ ਗੁਲਾਮੀ ਦੇ ਵਿੱਚੋਂ ਫਿਰ ਮੈਂ ਕੱਢਾਂਗਾ ਵੀ ਉਹਨਾਂ ਨੂੰ। ਖੁਦਾ ਨੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਕੱਢਿਆ, ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਹੀ ਆਪਣੇ ਕਹੇ ਦੇ ਮੁਤਾਬਕ ਖੁਦਾ ਨੇ ਮੂਸਾ ਦੇ ਵਸੀਲੇ ਇਸਰਾਈਲੀਆਂ ਨੂੰ ਮਿਸਰ ਦੀ ਗੁਲਾਮੀ 'ਚੋਂ ਆਜ਼ਾਦ ਕੀਤਾ। ਤੇ ਜਦੋਂ ਆਜ਼ਾਦ ਕੀਤਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਜਿਹੜੇ ਕੰਮ ਖੁਦਾ ਨੇ ਕੀਤੇ ਨੇ ਨਾ, ਉਹ ਦੁਨੀਆ ਦੇ ਵਿੱਚ ਨਾ ਹੀ ਕਿਤੇ ਸੁਣੇ ਗਏ, ਨਾ ਹੀ ਡਿੱਠੇ ਗਏ, ਕਿਤੇ ਨਹੀਂ ਨਜ਼ਰ ਆਏ ਜੋ ਕੰਮ ਉਹਨਾਂ ਦੇ ਨਾਲ ਕੀਤੇ ਗਏ ਨੇ। ਉਹ ਲੋਕ ਜਿਨ੍ਹਾਂ ਦੀ ਵਜ੍ਹਾ ਤੋਂ, ਜਿਨ੍ਹਾਂ ਨੂੰ ਬਚਾਉਣ ਵਾਸਤੇ ਖੁਦਾ ਨੇ ਮਿਸਰੀਆਂ ਦੇ ਉੱਤੇ ਸਭ ਤੋਂ ਪਹਿਲੇ ਤੇ ਮਿਸਰੀਆਂ ਤੋਂ ਬਦਲਾ ਲਿਆ, ਉਹਨਾਂ ਦਾ ਨਾ ਬਦਲਾ ਲਿਆ, ਉਹਨਾਂ ਨੂੰ ਹਲਾਕ ਕੀਤਾ, ਉਹਨਾਂ ਨੂੰ ਮਾਰਿਆ ਤੇ ਅਲੱਗ-ਅਲੱਗ ਤਰੀਕੇ ਦੀਆਂ ਪ੍ਰੋਬਲਮ ਦੇ ਨਾਲ ਤੇ ਆਫਤਾਂ ਦੇ ਨਾਲ ਉਹਨਾਂ ਨੂੰ ਮਾਰਿਆ। ਤੁਸੀਂ ਸੋਚੋ ਕਿ ਲਾਲ ਸਮੁੰਦਰ ਨੂੰ ਪਾਰ ਕਰਵਾਇਆ, ਸਮੁੰਦਰ ਨੂੰ ਪਾਰ ਕਰਵਾਇਆ ਮਤਲਬ ਬੜਾ ਵੇਖਿਆ ਲੱਗਦਾ ਨੂੰ ਸਮੁੰਦਰ ਪਾਰ ਕਰਵਾਇਆ। ਤੁਸੀਂ ਸੋਚੋ ਇਸ ਗੱਲ ਨੂੰ ਕਿ ਸਮੁੰਦਰ ਨੂੰ ਪਾਰ ਕਰਾਏ ਦਾ ਮਤਲਬ ਕਿ ਬਾਈਬਲ 'ਚ ਲਿਖਿਆ ਕਿ ਪਾਣੀ ਜਿਹੜਾ ਉਹ ਦੀਵਾਰ ਬਣ ਗਿਆ, ਰਸਤਾ ਖੁਸ਼ਕ ਹੋ ਗਿਆ, ਪਾਣੀ ਦੀਵਾਰ ਬਣ ਗਿਆ। ਇੱਕ ਚੀਜ਼ ਜਿਹੜੀ ਉਹ ਬੜੀ ਵਿੱਚ ਸੋਚਣ ਸਮਝਣ ਵਾਲੀ ਕਿ ਪਾਣੀ ਤੇ ਦੀਵਾਰ ਬਣਿਆ, ਖੁਸ਼ਕੀ ਆ ਗਈ, ਪਰ ਉਹਦੇ ਵਿੱਚ ਇੱਕ ਹੋਰ ਵੀ ਚੀਜ਼ ਸੀ ਜਿਹੜੀ ਬੜੀ ਅਜੀਬ ਸੀ। ਉਹ ਕੀ? ਉਹ ਇਹ ਕਿ ਸਮੁੰਦਰ ਦੀ ਗਹਿਰਾਈ ਹੁੰਦੀ ਹੈ। ਸਮੁੰਦਰ ਦੀ ਗਹਿਰਾਈ ਮਿਸਾਲ ਦੇ ਤੌਰ ਤੇ ਅਗਰ ਸਾਹਮਣੇ ਪਾਣੀ ਹੈ ਤੇ ਪਾਣੀ ਸਾਈਡ ਤੇ ਕੀਤਾ ਜਾਏ, ਰਸਤਾ ਸਾਫ਼ ਹੋ ਜਾਏ, ਤੇ ਉਹਦੀ ਗਹਿਰਾਈ ਵੀ ਤੇ ਹੈ ਨਾ, ਗਹਿਰਾਈ ਦੇ ਵਿੱਚ ਜਾ ਕੇ ਤੁਸੀਂ ਅੱਗੋਂ ਨਿਕਲਣਾ ਹੈ। ਪਰ ਉਸ ਟਾਈਮ ਦੇ ਵਿੱਚ ਉਹ ਗਹਿਰਾਈ ਦੇ ਵਿੱਚ ਨਹੀਂ ਸੀ ਗਏ, ਉਹ ਜਗ੍ਹਾ ਫਲੈਟ ਸੀ ਜਿੱਥੋਂ ਗੁਜ਼ਰ ਕੇ ਗਏ ਸਨ। ਪਾਣੀ ਸਾਈਡ ਤੇ ਸੀ, ਉਹ ਦੀਵਾਰ ਬਣ ਗਿਆ, ਉਹਦੇ ਵਿੱਚੋਂ ਗਏ ਸੀ, ਮਤਲਬ ਕਿ ਉਹ ਜਗ੍ਹਾ ਨੂੰ ਫਲੈਟ ਕੀਤਾ ਗਿਆ ਸੀ। ਉਸ ਜਗ੍ਹਾ ਤੋਂ ਲੰਘ ਕੇ ਸਮੁੰਦਰ ਦੇ ਵਿੱਚੋਂ ਦੀ ਨਹੀਂ, ਉਹ ਪਹਿਲੇ ਉਹ ਥੱਲੇ ਗਏ ਤੇ ਥੱਲੋਂ ਹੋ ਕੇ ਨਾ, ਉਹ ਜਗ੍ਹਾ ਫਲੈਟ ਸੀ, ਦੀਵਾਰ ਬਣਿਆ, ਉਹ ਵਿੱਚੋਂ ਗੁਜ਼ਰੇ ਚਲੇ ਗਏ। ਜਿਸ ਤਰ੍ਹਾਂ ਮਿਸਰੀ ਪਿੱਛੇ ਆਏ, ਪਾਣੀ ਦੁਬਾਰਾ ਬੰਦ, ਉਹ ਥੱਲੇ ਪਾਣੀ ਬੰਦ, ਤਬਾਹ। ਇਸ ਤਰੀਕੇ ਨਾਲ ਮਾਰਿਆ, ਉਹਨਾਂ ਨੂੰ ਕੱਢਿਆ। ਤੇ ਅੱਗੇ ਜਾ ਕੇ ਅਸੀਂ ਇਸਰਾਈਲ ਨੂੰ ਵੇਖੀਏ ਨਾ, ਬਣੀ ਇਸਰਾਈਲ ਨੂੰ, ਉਹਨਾਂ ਦੀਆਂ ਹਰਕਤਾਂ ਇਹੋ ਜਿਹੀਆਂ ਕਿ ਅਸੀਂ ਅਗਰ ਬਾਈਬਲ ਨੂੰ ਪੜ੍ਹੀਏ, ਉਹ ਸਾਰੇ ਵਾਕਿਆ ਨੂੰ ਪੜ੍ਹੀਏ ਨਾ, ਤੇ ਸਾਨੂੰ ਸਾਡਾ ਮਤਲਬ ਕਿ ਸਾਨੂੰ ਬੜੇ ਭੈੜੇ ਲੱਗਦੇ ਨੇ ਬਣੀ ਇਸਰਾਈਲੀ ਕਿ ਯਾਰ ਕਿਹੋ ਜਿਹੇ ਲੋਕ ਨੇ। ਇੰਨੇ ਵੱਡੇ ਕੰਮ ਖੁਦਾ ਨੇ ਇਹਨਾਂ ਵਾਸਤੇ ਕਰਕੇ ਇਹਨਾਂ ਨੂੰ ਕੱਢ ਲਿਆ ਹੈ ਤੇ ਬਾਹਰ ਨਿਕਲ ਕਹਿੰਦੇ ਨੇ ਲੈ ਖੁਦਾ ਤੇ ਸਾਨੂੰ ਮਰਨ ਵਾਸਤੇ ਲੈ ਆਇਆ ਇੱਥੇ, ਤੂੰ ਸਾਨੂੰ ਕੱਢ ਕੇ ਇਦੋਂ ਚੰਗਾ ਸੀ ਅਸੀਂ ਉੱਥੇ ਰਹਿੰਦੇ ਤੇ ਪਾਣੀ ਨਹੀਂ ਸਾਨੂੰ ਮਿਲਦਾ ਪਿਆ ਹੁਣ, ਤੇ ਜੇ ਅਸੀਂ ਪਿਆਸੇ ਮਰਨਾ ਸੀ ਤੇ ਫਿਰ ਸਾਨੂੰ ਉੱਥੇ ਮਿਸਰ 'ਚ ਰਹਿੰਦੇ ਨੇ, ਭੁੱਖੇ ਮਰਨਾ, ਪਿਆਸੇ ਮਰਨਾ, ਤੇ ਉੱਥੇ ਅਸੀਂ ਗੋਸ਼ਤ ਖਾਂਦੇ ਹੁੰਦੇ ਸੀ। ਤੇ ਮੂਸਾ ਤੂੰ ਸਾਨੂੰ ਭੁੱਲ ਗਏ ਉਹ ਆਫਤਾ ਕਿ ਉਹਨਾਂ ਦੇ ਪਲੋਠੇ ਮਰੇ, ਉਹਨਾਂ ਦੇ ਜਾਨਵਰ ਮਰੇ, ਮਰੀ ਤੇ ਲਾਨਤ ਤੇ ਪਤਾ ਨਹੀਂ ਕੀ ਕੁਝ ਹੋਇਆ। ਤੇ ਇਹ ਉਸੇ ਹੀ ਏਰੀਏ ਦੇ ਵਿੱਚ ਜਸ਼ਨ ਦੇ ਇਲਾਕੇ 'ਚ, ਉਹਦੇ ਨਾਲ ਹੀ ਇੱਕ ਇਲਾਕਾ ਹੈ ਉੱਥੇ, ਤੇ ਬਾਕੀ ਪੂਰਾ ਮੁਲਕ ਤਰੀਕੀ ਦੇ ਵਿੱਚ, ਤੇ ਇਹ ਜਨਾਬ ਆਪਣੇ ਹਿਸਾਬ ਦੇ ਨਾਲ ਰਹਿ ਰਹੇ ਨੇ ਤੇ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਇਹਨਾਂ ਨੇ ਵੇਖਿਆ ਹੈ ਕਿ ਖੁਦਾ ਕੀ ਕੁਛ ਕਰ ਰਿਹਾ। ਤੇ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਅੱਗੇ ਆਏ, ਕਹਿੰਦੇ ਲੈ ਭੁੱਖਾ ਮਾਰਨ ਵਾਲੇ ਆਇਆ ਸਾਨੂੰ, ਤੂੰ ਸਾਨੂੰ ਭੁੱਖਾ ਮਾਰੇਗਾ ਇੱਥੇ। ਉੱਥੇ ਤੇ ਅਸੀਂ ਗੋਸ਼ਤ ਖਾਂਦੇ ਹੁੰਦੇ ਸੀ। ਖੁਦਾ ਨੇ ਬਟੇਰੇ ਖਵਾਏ ਇਹਨਾਂ ਨੂੰ, ਆਸਮਾਨ ਤੋਂ ਬਟੇਰੇ ਖਵਾਏ।
ਅਸਮਾਨ ਤੋਂ ਮਨ ਖਵਾਇਆ, ਅਸਮਾਨ ਤੋਂ ਰੋਟੀ ਆਂਦੀ ਸੀ ਇਹਨਾਂ ਵਾਸਤੇ, ਉਹ ਖਾਂਦੇ ਸੀ। ਅੱਗੇ ਅੱਗੇ ਫਿਰ ਰੋਲਾ, ਲੈ ਹੁਣ ਤੇ ਪਾਣੀ ਕੋਈ ਨਹੀਂ, ਪਾਣੀ ਖਾ ਰਿਹਾ, ਪਾਣੀ ਕਿੱਥੋਂ ਪੀਆਂਗੇ, ਪਾਣੀ ਪੀਆਂਗੇ ਤੇ ਮਰ ਜਾਾਂਗੇ, ਤੇ ਤੁਸੀਂ ਸਾਨੂੰ ਮਾਰਨ ਵਾਸਤੇ ਲੈ ਆਇਆ ਇੱਥੇ। ਖੁਦਾ ਇਹਨਾਂ ਦੀਆਂ ਇਹੋ ਜਿਹੀਆਂ ਹਰਕਤਾਂ ਬਰਦਾਸ਼ਤ ਕਰਦਾ ਰਿਹਾ ਏ। ਇਹੋ ਜਿਹੀਆਂ ਹਰਕਤਾਂ ਖੁਦਾ ਨੇ ਇਹਨਾਂ ਦੀਆਂ ਬਰਦਾਸ਼ਤ ਕੀਤੀਆਂ ਨੇ। ਅੱਜ ਅਸੀਂ ਬਾਈਬਲ ਨੂੰ ਪੜ੍ਹਦੇ ਹੋਇਆਂ ਇਹ ਸਾਰੀਆਂ ਚੀਜ਼ਾਂ ਨੂੰ ਵੇਖੀਏ ਨਾ, ਤਾਂ ਸਾਨੂੰ ਇੱਕ ਗੱਲ ਦੀ ਸਮਝ ਆਉਂਦੀ ਹੈ ਕਿ ਲੋਕਾਂ ਦੇ ਕਿਰਦਾਰਾਂ ਦੇ ਵਿੱਚ ਹਾਲੇ ਤੱਕ ਵੀ ਉਹ ਚੀਜ਼ਾਂ ਹੈ ਨੇ, ਉਹ ਮੌਜੂਦ ਨੇ। ਇਹਨਾਂ ਨੂੰ ਯਕੀਨ ਕੋਈ ਨਹੀਂ ਹੁੰਦਾ ਖੁਦਾ ਦੇ। ਇਹ ਅੱਜ ਵੀ ਖੁਦਾ ਦੇ ਕੰਮ ਵੇਖ ਕੇ ਵੀ, ਅੱਜ ਵੀ ਖੁਦਾ ਦਾ ਫਜ਼ਲ ਆਪਣੀ ਜ਼ਿੰਦਗੀ ਤੇ ਵੇਖ ਕੇ ਵੀ, ਬਾਈਬਲ ਨੂੰ ਪੜ੍ਹ ਕੇ ਉਹਨੂੰ ਸੱਚਾ ਕਹਿ ਕੇ, ਉਹ ਸਾਰੀਆਂ ਗੱਲਾਂ ਪੜ੍ਹ ਸੁਣ ਕੇ ਵੀ ਅੱਜ ਵੀ ਜਿਹੜੇ ਨੇ ਪਰਵਾਹ ਨਹੀਂ ਕਰਦੇ ਇਸ ਗੱਲ ਦੀ, ਤੇ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਗੁਜ਼ਾਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਕਿ ਨਹੀਂ, ਅਸੀਂ ਆਪਣੇ ਹਿਸਾਬ ਦੇ ਨਾਲ ਚੱਲਣਾ ਏ, ਆਪਣੀ ਮਰਜ਼ੀ ਦੇ ਨਾਲ ਚੱਲਣਾ ਏ, ਜੋ ਸਾਨੂੰ ਅੱਛਾ ਲੱਗਦਾ ਉਸ ਹਿਸਾਬ ਨਾਲ ਚੱਲਣਾ ਏ। ਹਾਂ, ਖੁਦਾ ਨੂੰ ਜੋ ਅੱਛਾ ਲੱਗਦਾ ਤੂੰ ਆਪ ਹੀ ਕਰੇ ਨਾ, ਜੋ ਉਹਨੂੰ ਅੱਛਾ ਲੱਗਦਾ, ਸਾਨੂੰ ਤੇ ਨਹੀਂ ਨਾ ਉਹ ਲੱਗਦਾ। ਖੁਦਾ ਨੇ ਜੇ ਕੋਈ ਗੱਲ ਕਹੀਏ ਤੂੰ ਆਪ ਹੀ ਮੰਨ ਲਵੇ, ਸਾਨੂੰ ਕੀ ਲੱਗੇ ਇਹਦੇ ਨਾਲ, ਸਾਨੂੰ ਤੇ ਜੋ ਅੱਛਾ ਲੱਗਦਾ ਉਹ ਕਰਾਂਗੇ ਅਸੀਂ। ਲੋਕਾਂ ਦੇ ਕਿਰਦਾਰ ਅੱਜ ਵੀ ਗਏ ਨੇ, ਪਰ ਲੋਕ ਹਮੇਸ਼ਾ ਇਸ ਗੱਲ ਨੂੰ ਭੁੱਲ ਜਾਂਦੇ ਨੇ ਕਿ ਖੁਦਾ ਮੁਹੱਬਤ ਵਹਾਂਦਾ ਏ, ਨਾਫਰਮਾਨੀਆਂ ਦੇ ਵਿੱਚ ਵੀ ਤੁਹਾਡੇ ਨਾਲ ਖੜਾ ਰਹਿੰਦਾ ਏ, ਬਰਦਾਸ਼ਤ ਕਰਦਾ, ਮਾਫ ਕਰਦਾ। ਮੈਂ ਅਕਸਰ ਲੋਕਾਂ ਨੂੰ ਵੇਖਿਆ, ਲੋਕ ਪ੍ਰੋਬਲਮ 'ਚ ਪੈਣ ਤੇ ਦੁਆਵਾਂ ਕਰਨਗੇ, ਖੁਦਾਇਆ ਬਚਾ ਲੈ, ਹੁਣ ਕੱਢ ਦੇ, ਇੱਕ ਵਾਰੀ ਮੁਸੀਬਤ ਚੋਂ ਨਿਕਲ ਗਏ, ਜ਼ਿੰਦਗੀ ਉਂਝ ਦੀ ਉਂਝ, ਫਿਰ ਉੱਥੇ ਦੇ ਉੱਥੇ ਹੀ। ਤੇ ਖੁਦਾ ਨੂੰ ਰੱਖ ਛੱਡਿਆ। ਇੱਕ ਦੇਗ ਦੇ ਉੱਤੇ ਜਨਾਬ ਚੌਲ ਪਕਾਓ, ਰਿਸ਼ਤੇਦਾਰ ਬੁਲਾਓ, ਰੋਟੀ ਖਵਾ ਦਿਓ ਉਹਨਾਂ ਨੂੰ, ਜਨਾਬ ਇੰਨਾ ਹੀ ਬਹੁਤ। ਵੇਖੋ ਜੀ, ਸ਼ੁਕਰਗੁਜ਼ਾਰੀ ਕਰ ਲਈਏ ਨਾ, ਅੱਗੋਂ ਹੁਣ ਫਿਰ ਕੰਮ ਕਰੋ, ਆਪਣੇ ਹਿਸਾਬ ਨਾਲ ਜ਼ਿੰਦਗੀ ਗੁਜ਼ਾਰੋ। ਜ਼ਿੰਦਗੀ ਗੁਜ਼ਾਰ ਕੇ ਜਦੋਂ ਮਸਲਾ ਹੋਏ ਤੇ ਫਿਰ ਕਹਿਣਗੇ ਰੋ ਰੋ ਕੇ ਦੁਆਵਾਂ ਕਰੋ, ਉਹ ਸੁਣੇਗਾ। ਜਦੋਂ ਕਿ ਉਹਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ, ਉਹ ਕਦੀ ਪਰਵਾਹ ਨਹੀਂ ਕਰਦਾ ਇਸ ਗੱਲ ਦੀ, ਕੋਈ ਰੋ ਰਿਹਾ, ਕੋਈ ਹੱਸ ਰਿਹਾ, ਕੋਈ ਜੋ ਮਰਜ਼ੀ ਕਰ ਰਿਹਾ, ਉਹ ਕਾਨੂੰਨ ਵੇਖੇਗਾ। ਤੁਸੀਂ ਸੋਚੋ, ਇਹੋ ਜੀ ਮੁਹੱਬਤ ਕਰਨ ਵਾਲਾ ਖੁਦਾ, ਇਸ ਤਰ੍ਹਾਂ ਦੀ ਮੁਹੱਬਤ ਕਰਨ ਵਾਲਾ ਖੁਦਾ ਕਿ ਉਹਨਾਂ ਦੀਆਂ ਬਰਦਾਸ਼ਤ ਕਰਦਾ ਪਿਆ, ਉਹਨਾਂ ਨੂੰ ਰੋਟੀ ਖਵਾਉਣ ਡਿਆ, ਉਹਨਾਂ ਨੂੰ ਪਾਣੀ ਦੇਣ ਡਿਆ, ਉਹਨਾਂ ਨੂੰ ਕੱਢ ਕੇ ਲਿਆਉਣ ਡਿਆ, ਉਹਨਾਂ ਦੇ ਦੁਸ਼ਮਣਾਂ ਨੂੰ ਮਾਰਨ ਡਿਆ, ਇਹ ਸਾਰਾ ਕੁਝ ਕਰਨ ਡਿਆ, ਪਰ ਫਿਰ ਵੀ ਉਹ ਟਸ ਤੋਂ ਮਸ ਨਹੀਂ ਹੋਏ। ਬਾਈਬਲ ਦੇ ਵਿੱਚ ਅਸੀਂ ਪੜ੍ਹੀਏ ਤੇ ਕਿ ਖੁਦਾ ਨੇ ਗੱਲ ਕੀਤੀ ਕਿ 400 ਸਾਲ ਤੱਕ ਜਿਹੜਾ ਹੈ ਕਿ ਕੀ ਕਰਨਗੇ, ਤੇਰੀ ਕੌਮ ਹੈ ਜਿਹੜੀ, ਇਬਰਾਹਿਮ ਨੂੰ ਕਿਹਾ ਕਿ ਤੇਰੀ ਕੌਮ 400 ਸਾਲ ਤੱਕ ਗੁਲਾਮੀ 'ਚ ਰਹੇਗੀ। ਪਰ ਬਾਈਬਲ 'ਚ ਪੜ੍ਹੀਏ ਤਾਂ ਸਾਨੂੰ ਪਤਾ ਲੱਗਦਾ ਕਿ 430 ਸਾਲ ਹੋ ਗਏ ਸਨ। 30 ਸਾਲ ਜ਼ਿਆਦਾ ਗੁਲਾਮੀ 'ਚ ਕੱਢੇ ਨੇ ਉਹਨਾਂ ਨੇ, 30 ਸਾਲ ਜ਼ਿਆਦਾ ਗੁਲਾਮੀ 'ਚ ਕੱਢੇ ਨੇ, ਜਦੋਂ ਕਿ ਖੁਦਾ ਨੇ ਕਿਹਾ ਸੀ ਕਿ 400 ਸਾਲ ਦੀ ਗੁਲਾਮੀ, ਪਰ ਬਾਈਬਲ 'ਚ ਲਿਖੀ ਹੈ ਕਿ 430 ਸਾਲ ਤੱਕ ਉਹਨਾਂ ਨੇ ਗੁਲਾਮੀ ਕੀਤੀ। 430 ਸਾਲ ਤੱਕ। ਵਜ੍ਹਾ ਇਹ ਨਹੀਂ ਕਿ ਖੁਦਾ ਭੁੱਲ ਗਿਆ ਸੀ, ਵਜ੍ਹਾ ਇਹ ਕਿ ਉਹਨਾਂ ਦੇ ਦਿਲ ਦੇ ਵਿੱਚੋਂ ਇਹ ਗੱਲ ਹੀ ਨਹੀਂ ਸੀ ਉੱਠਦੀ ਕਿ ਅਸੀਂ ਇੱਥੋਂ ਨਿਕਲਣਾ ਵੀ ਹੈ, ਅਸੀਂ ਚੱਲੀਏ ਇੱਥੋਂ। ਉਹਨਾਂ ਨੇ ਸੋਚਿਆ ਹੀ ਨਹੀਂ ਸੀ, ਪਰ ਜਦੋਂ ਉਹਨਾਂ ਨੇ ਸੋਚਿਆ, ਉਹਨਾਂ ਰੋਣਾ ਸ਼ੁਰੂ ਕੀਤਾ ਖੁਦਾ ਦੀ ਹਜ਼ੂਰੀ ਦੇ ਵਿੱਚ ਕਿ ਖੁਦਾਇਆ ਆਪਣੇ ਕਲਾਮ ਨੂੰ ਯਾਦ ਕਰ, ਤੂੰ ਕਿਹਾ ਹੈ ਕਿ ਤੂੰ ਛਡਾਏਗਾ, ਤੂੰ ਸਾਨੂੰ ਕੱਢੇਗਾ, ਤੂੰ ਸਾਨੂੰ ਬਚਾਏਗਾ, ਤੇ ਹੁਣ ਆਪਣਾ ਵਾਅਦਾ ਯਾਦ ਕਰ। ਹੁਣ ਇਹਨਾਂ ਦੁਆਵਾਂ ਕੀਤੀਆਂ, ਖੁਦਾ ਨੇ ਮੂਸਾ ਨੂੰ ਕੱਢਿਆ, ਇਹਨਾਂ ਦੇ ਕੋਲ ਲਿਆਂਦਾ ਕਿ ਜਾ ਕੇ ਲੈ ਕੇ, ਪਰ 30 ਸਾਲ ਜ਼ਿਆਦਾ ਇਹਨਾਂ ਦੀ ਨਾਫਰਮਾਨੀਆਂ ਦੀ ਵਜ੍ਹਾ ਤੋਂ 30 ਸਾਲ ਜ਼ਿਆਦਾ ਹੋ ਗਏ। 40 ਦਿਨ ਦਾ ਸਫ਼ਰ 40 ਸਾਲ ਤੇ ਲੈ ਕੇ ਗਏ ਇਹੀ ਲੋਕ, ਕਿਉਂਕਿ ਖੁਦਾ ਨੂੰ ਇਹਨਾਂ ਦੀ ਨੇਚਰ ਦਾ ਪਤਾ ਸੀ ਕਿ ਕੀ ਕਰਨਗੇ, ਉਤਲੇ ਰਾਹੀਂ ਜਾਣਗੇ ਤੇ ਮੈਂ ਬਿਆਬਾਨ ਦੇ ਵਿੱਚੋਂ ਕੱਢ ਕੇ ਇਹਨਾਂ ਨੂੰ ਚੈੱਕ ਤੇ ਕਰਾਂ ਇਹ ਹੈ ਕਿਹੋ ਜਿਹੇ ਨੇ, ਇਹ ਬਦਲਦੇ ਨੇ ਜਾਂ ਨਹੀਂ, ਇਹ ਕਾਇਮ ਰਹਿੰਦੇ ਨੇ ਕਿ ਨਹੀਂ, ਇਹ ਤਰੀਕੇਕਾਰਾਂ ਨੂੰ ਚੇਂਜ ਕਰਦੇ ਨੇ ਕਿ ਨਹੀਂ। ਪਰ ਹੋਇਆ ਕਿ 40 ਸਾਲ ਬਿਆਬਾਨਾਂ ਦੇ ਵਿੱਚ ਗੁਜ਼ਾਰੇ ਤੇ 40 ਸਾਲਾਂ ਦੇ ਵਿੱਚ ਆਪਣੀਆਂ ਜ਼ਿੱਦਾਂ ਤੇ ਆਪਣੀਆਂ ਮਰਜ਼ੀਆਂ ਕਰਕੇ 40 ਸਾਲ ਦੇ ਵਿੱਚ ਉੱਥੇ ਮਾਰ ਮੁਰ ਗਏ, ਉੱਥੇ ਮਰੇ। ਤੇ ਬੱਚੇ ਫਿਰ ਉਸ ਜਗ੍ਹਾ ਤੇ ਗਏ ਜਿੱਥੇ ਜਿਹੜੀ ਜਗ੍ਹਾ ਦਾ ਮੁਲਕ ਕਨਾਨ ਦਾ ਜਿਹਦਾ ਵਾਅਦਾ ਕੀਤਾ ਗਿਆ ਸੀ, ਉਹ ਬੱਚੇ ਗਏ ਸਨ। ਇਹਨਾਂ ਦੇ ਜਿਹੜੇ ਜਵਾਨ ਤੇ ਵੱਡੇ ਨਿਕਲੇ ਸੀ ਜਾਣ ਵਾਸਤੇ, ਉਹ ਕੋਈ ਨਹੀਂ ਸੀਗੇ। ਸਿਰਫ ਵਜ੍ਹਾ ਆਪਣੀਆਂ ਜ਼ਿੱਦਾਂ, ਨਾਫਰਮਾਨੀਆਂ, ਆਪਣੀਆਂ ਮਰਜ਼ੀਆਂ, ਆਪਣਾ ਥੋਪ ਦੇਣਾ, ਖੁਦਾ ਦੀ ਮਰਜ਼ੀ ਦੀ ਪਰਵਾਹ ਨਾ ਕਰਨਾ ਤੇ ਆਪਣੀ ਮਰਜ਼ੀ ਖੁਦਾ ਦੇ ਸਾਹਮਣੇ ਰੱਖ ਕੇ ਕਹਿਣਾ ਕਿ ਇਹਨੂੰ ਪੂਰਾ ਕਰ, ਮੈਨੂੰ ਇਹ ਚਾਹੀਦਾ, ਮੈਨੂੰ ਇਹ ਦੇ ਦੇ, ਮੇਰੇ ਵਾਸਤੇ ਇਹ ਕਰ ਦੇ। ਇਸ ਵਜ੍ਹਾ ਤੋਂ ਪ੍ਰੋਬਲਮ ਲੋਕਾਂ ਦੇ ਨਾਲ ਰਹੀ। ਖੁਦਾ ਮੁਹੱਬਤ ਕਰਨ ਵਾਲਾ ਖੁਦਾ ਹੈ।
ਅੱਜ ਸਾਡੇ ਦਾਅਵੇ ਸਿਰਫ ਇਹ ਨੇ ਕਿ ਖੁਦਾ ਤੋਂ ਬਗੈਰ ਅਸੀਂ ਕਿਸੇ ਕੰਮ ਦੇ ਨਹੀਂ ਆ, ਉਹਦੇ ਤੋਂ ਦੂਰ ਜਾ ਕੇ ਅਸੀਂ ਕੁਝ ਕਰ ਨਹੀਂ ਸਕਦੇ, ਉਹਦੇ ਤੋਂ ਬਗੈਰ ਤੇ ਭਾਈ ਅਸੀਂ ਕੁਝ ਹੈ ਹੀ ਨਹੀਂ ਆ। ਉਹਦੇ ਤੋਂ ਬਗੈਰ ਕੀ ਹੁੰਦਾ ਏ? ਇਹੋ ਜਿਹੀਆਂ ਗੱਲਾਂ ਸਿਰਫ ਕੀਤੀਆਂ ਨੇ, ਪਰ ਉਹਦੇ ਤੋਂ ਬਗੈਰ ਹੀ ਸਾਰਾ ਕੁਝ ਕੀਤਾ ਹੈ। ਕੀਤਾ ਸਾਰਾ ਉਹਦੇ ਤੋਂ ਬਗੈਰ ਹੀ ਏ, ਪਰ ਨਾਰੇ ਇਹ ਮਾਰੇ ਨੇ ਕਿ ਉਹਦੇ ਤੋਂ ਬਗੈਰ ਕੁਝ ਨਹੀਂ ਹੁੰਦਾ। ਇਹ ਗੱਲਾਂ ਕਰਕੇ ਜ਼ਿੰਦਗੀ ਉਹਦੇ ਤੋਂ ਬਗੈਰ ਗੁਜ਼ਾਰੀ ਗਏ, ਪਰ ਖੁਦਾ ਦੇ ਕਵਾਨੀਨ ਨੂੰ ਸਮਝੇ ਨਹੀਂ ਅਸੀਂ, ਖੁਦਾ ਨੂੰ ਜਾਣਿਆ ਨਹੀਂ ਅਸੀਂ ਕਿ ਉਹ ਚਾਹੁੰਦਾ ਕੀ ਏ, ਉਹਦਾ ਦਿਮਾਗ ਕੀ ਏ, ਉਹ ਕਰਦਾ ਕੀ ਏ। ਹਾਲੇਲੂਇਆ। ਤੁਸੀਂ ਮੇਰੇ ਨਾਲ ਦੇਖੋਗੇ ਪੈਦਾਇਸ਼ 22 ਬਾਬ। ਹਾਲੇਲੂਇਆ। ਅੱਜ ਤੁਸੀਂ ਖੁਦਾ ਦੀ ਨੇਚਰ ਨੂੰ ਸਮਝਣਾ, ਉਹਦੇ ਜ਼ੇਨ ਨੂੰ ਸਮਝਣਾ, ਤੇ ਮੇਰਾ ਈਮਾਨ ਹੈ ਕਿ ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝ ਗਿਆ ਉਹਦੀ ਜ਼ਿੰਦਗੀ 'ਚ ਤਬਦੀਲੀ ਜ਼ਰੂਰ ਆਏਗੀ। ਹਾਲੇਲੂਇਆ। ਪੈਦਾਇਸ਼ 22 ਬਾਬ। ਇਹ ਅਬਰਾਹਮ ਦੀ ਜ਼ਿੰਦਗੀ ਇਹ ਥੇ ਨਾ। ਅਬਰਾਹਮ ਉਹ ਜਿਹਨੂੰ ਖੁਦਾ ਨੇ ਸਭ ਤੋਂ ਪਹਿਲੇ ਅਲੱਗ ਕੀਤਾ ਆਪਣੇ ਖਾਨਦਾਨ ਤੋਂ ਅਲੱਗ ਕੀਤਾ, ਤੇ ਜਦੋਂ ਅਲੱਗ ਕੀਤਾ ਸੀ ਉਦੋਂ 75 ਸਾਲ ਦਾ ਸੀ। ਤੇ ਜਦੋਂ ਇਸਹਾਕ ਪੈਦਾ ਹੋਇਆ, ਇਹਦਾ ਬੇਟਾ ਇਸਹਾਕ ਪੈਦਾ ਹੋਇਆ, ਵਾਦੇ ਦਾ ਫਰਜ਼ੰਦ ਜਦੋਂ ਪੈਦਾ ਹੋਇਆ, ਉਦੋਂ ਇਹਦੀ ਉਮਰ ਸੀ 100 ਸਾਲ। 25 ਸਾਲ ਦਾ ਟਾਈਮ ਸੀ ਜਿਹੜਾ ਗੁਜ਼ਾਰ ਚੁੱਕਿਆ ਸੀਗੇ। ਉਸ ਤੋਂ ਬਾਅਦ ਜਦੋਂ ਉਹਨੂੰ ਹੋਸ਼ ਆਈ, ਜਦੋਂ ਉਹ ਵਧਿਆ, ਜਦੋਂ ਗੱਲਾਂ ਕਰਨ ਲੱਗਾ, ਜਦੋਂ ਉਹਨੇ ਹੋਸ਼ ਸੰਭਾਲੀ, ਤੇ ਫਿਰ ਕੀ ਹੁੰਦਾ ਏ ਕਿ ਫਿਰ ਖੁਦਾ ਇਹਦੇ ਕੋਲ ਆਂਦਾ ਏ, ਤੇ ਇਹਦੇ ਕੋਲ ਆ ਕੇ 25 ਸਾਲ ਹੋ ਗਏ ਨੇ, 25 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਹੈ, 25 ਸਾਲ ਤੋਂ ਜ਼ਿਆਦਾ ਟਾਈਮ ਹੋ ਚੁੱਕਿਆ ਏ। ਅਬਰਾਹਮ ਨੂੰ ਖੁਦਾ ਦੇ ਨਾਲ ਚੱਲਦੇ ਆਪਾਂ 22 ਬਾਬ ਦੀ 9 ਆਇਤ ਜਿੱਥੇ ਕੁਰਬਾਨੀ ਦਾ ਵਾਕਿਆ ਹੈ ਆਪਾਂ ਉਹ ਪੜਾਂਗੇ ਕਿ ਖੁਦਾ ਨੇ ਅਬਰਾਹਮ ਨੂੰ ਕਿਹਾ ਕਿ ਤੂੰ ਆਪਣੇ ਬੇਟੇ ਨੂੰ ਲੈ ਕੇ ਜਾ ਤੇ फला फला पहाड़ पे जाके कुर्बान कर। 9 आयत चली है कि और उस जगह पहुंचे जो खुदा ने बताई थी, वहां अब्राहम ने कुर्बान गाह बनाई और उस पर लकड़ियां चुनी और अपने बेटे इसहाक को बांधा और उसे कुर्बान गाह पर लकड़ियों के ऊपर रखा। और अब्राहम ने हाथ बढ़ाकर छुरी ली कि अपने बेटे को ज़बह करे। तब खुदावंद के फरिश्ता ने उसे आसमान से पुकारा कि ए अब्राहम, ए अब्राहम। उसने कहा कि मैं हाजिर हूं। फिर उसने कहा कि तू अपना हाथ लड़के पर ना चला और ना उससे कुछ कर, क्योंकि मैं अब जान गया कि तू खुदा से डरता है और उसके लिए तूने अपने बेटे को भी जो तेरा इकलौता है मुझसे दरेग ना किया। हालेलुया, हालेलुया। सर 35-40 साल एक बंदा खुदा दी गल सुन के ਉਹਦੇ ਪਿੱਛੇ ਚੱਲੇ। 25 ਸਾਲ ਗੁਜ਼ਰਨ ਦੇ ਬਾਅਦ ਖੁਦਾ ਉਹਨੂੰ ਬੇਟਾ ਦਵੇ। ਉਹਨੂੰ ਬੇਟਾ ਦੇਣ ਤੋਂ ਬਾਅਦ ਜਦੋਂ ਉਹ ਬੇਟੇ ਨੂੰ ਹੋਸ਼ ਆਏ ਤੇ ਖੁਦਾ ਉਹਨੂੰ ਕਵੇ ਕਿ ਜਾ ਕੇ ਤੇ ਇਹਨੂੰ ਕੁਰਬਾਨ ਕਰ, ਇਹਨੂੰ ਜਾ ਕੇ ਕੁਰਬਾਨ ਕਰ ਦੇ ਮੇਰੇ ਵਾਸਤੇ। ਤੇ ਉਹਦੀ ਉਹ ਗੱਲ ਸੁਣੇ, ਬੇਟੇ ਨੂੰ ਨਾਲ ਲਵੇ, ਕੁਰਬਾਨ ਕਰਨ ਵਾਸਤੇ ਚਲਾ ਜਾਏ, ਉੱਥੇ ਜਾ ਕੇ ਕੁਰਬਾਨਗਾਹ ਬਣਾਏ, ਆਪਣੇ ਬੇਟੇ ਨੂੰ ਬੰਨੇ ਤੇ ਬੰਨ ਕੇ ਲੰਮਾ ਪਾਏ ਕੁਰਬਾਨਗਾਹ ਤੇ ਫਿਰ ਛੁਰੀ ਉਹਦੇ ਤੇ ਫੇਰਨ ਲੱਗੇ ਤੇ ਫਿਰ ਤੋਂ ਆਵਾਜ਼ ਆਏ ਕਿ ਰੁਕ ਜਾ ਬਈ, ਠਹਿਰ ਜਾ। ਤੇ ਆਵਾਜ਼ ਇਹ ਆਵੇ ਕਿ ਮੈਨੂੰ ਤੇਰਾ ਪਤਾ ਲੱਗ ਗਿਆ, ਹੁਣ ਮੈਨੂੰ ਤੇਰਾ ਪਤਾ ਲੱਗਾ ਏ। कि 12 आयत में फिर उसने कहा कि तू अपना हाथ लड़के पर ना चला और ना उससे कुछ कर, क्योंकि मैं अब जान गया कि तू खुदा से डरता है। हुण पता लग्या खुदा नूं, जो छुरी चलान लगा ना उदों पता लगा, पहले कोई नहीं पता नूं। साडे बड़ियां सादियां को खुदा ते दिलां नूं जानदा है जी। वेखो उहनूं पता है साडा, असीं ते बड़े चंगे आ, असीं ते दुआ भी करी दी गए, असीं ते बड़े वफादार भी हाँ, असीं चर्च भी जाने आ जे टाइम लगे ते, असीं ते कलाम नूं सुनने भी, रात नूं दुआ भी करके सोईदा, सुबह उठ के भी दुआ करी दी इस तो ताकि दिन चंगा लगे ते रात नूं इस तो कि रात चंगी गुजरे। पर इत्थे जिहदी गल असीं कर रहे हां ओ बंदा जिहड़ा खुदा दे नाल चलदा पिया, अपना खानदान छड्ड के भी चलिया
ਤੇ ਜਦੋਂ ਤੱਕ ਉਹਨੇ ਛੁਰੀ ਨਹੀਂ ਚਲਾਈ, ਖੁਦਾ ਨੂੰ ਪਤਾ ਹੀ ਨਹੀਂ ਚੱਲਿਆ ਉਹਦੇ ਬਾਰੇ। ਕਹਿੰਦਾ ਹੁਣ ਮੈਨੂੰ ਪਤਾ ਚੱਲ ਗਿਆ, ਠਹਿਰ ਜਾ, ਰੁਕ ਜਾ, ਤੂੰ ਛੁਰੀ ਚਲਾ ਦੇਣੀ ਹੈ, ਮੈਨੂੰ ਪਤਾ ਲੱਗ ਗਿਆ। ਹੁਣ ਤੂੰ ਜਿਹੜਾ ਕੰਮ ਕਰੂੰ ਨਾ, ਜਿਹੜੀ ਹੱਦ ਤੱਕ ਤੂੰ ਚਲਾ ਗਿਆ, ਮੈਨੂੰ ਤੇਰਾ ਪਤਾ ਲੱਗ ਗਿਆ, ਛੱਡ ਦੇ ਇਸ ਗੱਲ ਨੂੰ, ਮੈਨੂੰ ਪਤਾ ਲੱਗ ਗਿਆ। ਹੁਣ ਬਸ ਵੀ ਸਦਕੇ ਜਾਵਾਂ ਤੇਰੇ, ਤੂੰ ਚੰਗਾ ਰਜ, ਤੇਰੇ ਤੇ ਜੋ ਮੈਨੂੰ ਉਮੀਦ ਸੀ ਤੂੰ ਉਹੀ ਕੀਤਾ ਏ। ਤੂੰ ਖਰਾ ਉਤਰਿਆ, ਮੈਨੂੰ ਪਤਾ ਲੱਗ ਗਿਆ ਤੂੰ ਡਰਨਾ ਵੀ ਹੈ ਤੇ ਤੂੰ ਜਿਹੜਾ अच्छा 13 और अब्राहम ने निगाह की और अपने पीछे एक मेंढा देखा जिसके सींग झाड़ी में अटके थे। तब अब्राहम ने जाकर उस मेंढे को पकड़ा और अपने बेटे के बदले सोचनी कुर्बानी के तौर पर चढ़ाया और अब्राहम ने उस मुकाम का नाम यहोवा यरी रखा। चुनाचे आज तक यह कहावत है कि खुदावन के पहाड़ पर मुहैया किया जाएगा। अगली गल, और खुदावन के फरिश्ता ने आसमान से दोबारा अब्राहम को पुकारा और कहा कि खुदावन फरमाता है, चूंकि तूने ये काम किया कि अपने बेटे को भी जो तेरा इकलौता है दरेग ना रखा, इसलिए मैंने भी अपनी जात की कसम खाई है कि मैं तुझे बरकत पर बरकत दूंगा और तेरी नस्ल को बढ़ाते बढ़ाते आसमान के तारों और समुद्र की रेत की मानद कर दूंगा। हालेलुया। इस समय क्या बरकत वाते की जरूरी है? कुर्बानी जरूरी है। बरकत वाते कुर्बानी जरूरी है। बगैर कुर्बानी बरकत नहीं मिलनी, याद रखना। अब्राहम ने बरकत लई कुर्बानी चढ़ा के, कुर्बानी दे के, ते कुर्बानी होने के जनाब वो मेंढे ते बकरे ते छतरे ते चढ़ा के लई सर अपने पुत्र दे उत्ते ओदे कहण ते अपने पुत्र ते छुरी चलाण वाते तैयार सी। वो इस तो बरकत मिली। कहंदा नहीं मैनू पता चल गया, हुण तू जो काम करूं मैनू तेरा पता चल गया। हाँ, चूंकि तू ए काम कीता है, हुण मैं कसम खाना अपनी जात दी कि मैं तेनू बरकत देआंगा ते तेरी औलाद नू आसमान दे तारियां जिन्नी ते जमीन दी रेत जिन्नी मैं बनावांगा। ते मैं तुहानू दसदा जावां, आ तुसीं जिन्ने बैठे हो ना, तुसीं सारे ओदी औलाद दे विच शामिल हुंदे हो जे तुसीं ओनू मन्नो ते। जिन्ने यीशु मसीह दे पैरोकार ने, ये सारे अब्राहम दी नस्ल च शामिल हुंदे ने। क्यों? क्योंकि यीशु मसीह भी अग्गेों आके अब्राहम दी नस्ल दे विचों पैदा हो के आया सी। ते ये सारी कौन है? ये ओदी नस्ल है। जिस्मानी तौर ते नहीं पर रूहानी तौर ते जो खुदा दे दायराकार ने उन्हां दे विच, इस रूहानियत दा खुदा दे सामने एक अलग तरह दा म्यार है। ਆਪਾਂ जिस्मानी वेने ओ रूहानी वेंदा है। हाँ, जे जिस्मानियत की गल करिए ना तो अब्राहम दे ओ नस्ल किन्नी है, ओदे जिस्म चो पैदा होए लोग किन्ने ने जेडे पैदा होए। तो सर जी ओ पाकिस्तान दा कैपिटल इस्लामाबाद, सर जी इस्लामाबाद को जिड्डा मुल्क है इसराइल ते ओदे विच जनाब बैठे ने जेडे यहूदी ने, जेडा इसराइली ने, जेडे ओदे ने जे जेनेटिकली वेखिए ना, जे बायोलॉजिकली वेखिए ते ओ ने जेडे ओदे वैसे, पर चूंकि यीशु मसीह नू मनन वाले जेडे ने ओ जिन्ने ने ओ सारे उधर ही शामिल हुंदे ने। ये सारे ओ वादे दे फरजंद ने। मतलब के अगर मामला हुंदा यीशु खुदा ने जेड़ी इत्थे गल कीती कि मैं तेरी औलाद नू वधावांगा, ते औलाद नू वधाण दा मतलब है नहीं कि बच्चे ही इन्ने पैदा हो जाणगे, पूरी दुनिया दे विच होणगे तेरे बच्चे। और रूहानी दायराकार दे विच गल कर रहा सी वो, और रूहानीयत दे विच गल कर रहा सी कि जेड़े तेरे ने, जेड़े कौन ने? जेड़े यीशु मसीह नू मनन वाले ने, जेड़े यीशु मसीह नू मनन वाले ने, क्योंकि यीशु मसीह ओदे चों ही सी ते यीशु मसीह नू मनन वाले जिन्ने ने वो सारे ओदे च ही शामिल हुंदे ने। ओदी नस्ल है, ओदी कौम है, ओदे लोग ने। इसो रूहानी दायराकार दे विच खुदा हमेशा वेंदा है। असीं जिस्मानी तौर ते चीज़ां नू वेख सकने हैं, पर खुदा जिस्मानी नहीं वेंदा, और रूहानी चीज़ां नू वेंदा है, और रूह दे विच चीज़ां नू वेंदा है। ते फैसले हमेशा ओदे रूहानी हुंदे ने। ओ मुहब्बत करदा है, ओ प्यार करदा है, ओ हमेशा चाहता है कि लोग ओदी वफादारी दे विच रह के चलन। लोग किसी चीज की परवाह ना करन, फकत ओदे कलाम की परवाह करन। हुण प्रॉब्लम एवें कि जिथे कुर्बानी की गल आई कि कुर्बानी चढ़ा, कुर्बानी दे, बरकत वाते कुर्बानी जरूरी है।
ਤੇ ਕੁਰਬਾਨੀ ਕੀ ਦੇਣੀ ਹੈ ਮੈਂ ਕਿਸ ਚੀਜ਼ ਦੀ ਕੁਰਬਾਨੀ ਦੇਣੀ ਹੈ? ਮੈਂ ਆਪਣੀਆਂ ਚਾਹਤਾਂ ਦੀ ਕੁਰਬਾਨੀ ਦੇਣੀ ਹੈ, ਮੈਂ ਆਪਣੀਆਂ ਖਾਹਿਸ਼ਾਂ ਦੀ ਕੁਰਬਾਨੀ ਦੇਣੀ ਹੈ, ਮੈਂ ਆਪਣੇ ਜਜ਼ਬਾਤਾਂ ਦੀ ਕੁਰਬਾਨੀ ਦੇਣੀ ਹੈ, ਮੈਂ ਆਪਣੀਆਂ ਹਰਕਤਾਂ ਤੇ ਆਪਣੀਆਂ ਆਦਤਾਂ ਦੀ ਕੁਰਬਾਨੀ ਦੇਣੀ ਹੈ। ਮੈਂ ਤੇ ਉਹ ਹੀ ਨਹੀਂ ਦਿੱਤਾ ਲੱਗਦੀ ਹੈ ਨਾ, ਮੈਂ ਉਹ ਪੂਰੀ ਕਰਨੀ। ਪਰ ਖੁਦਾਇਆ ਵੇ, ਤੂੰ ਆਪਣੇ ਬੰਦੇ ਅਬਰਾਹਮ ਨੂੰ ਬਰਕਤ ਦਿੱਤੀ ਸੀ, ਤੂੰ ਮੈਨੂੰ ਵੀ ਬਰਕਤ ਦੇ। ਤੂੰ ਅਬਰਾਹਮ, ਇਸਹਾਕ, ਯਾਕੂਬ ਦਾ ਖੁਦਾ ਹੈ। ਨਾ ਉਹਨਾਂ ਦੇ ਲਵਾਂਗਾ ਫਿਰ ਮੈਂ ਕਿ ਉਹਨਾਂ ਨੂੰ ਬਰਕਤ ਦਿੱਤੀ ਸੀ, ਮੈਨੂੰ ਵੀ ਦੇ। ਤੂੰ ਬਰਕਤ ਦੇਣ ਵਾਲਾ ਖੁਦਾ ਹੈ। ਵਫਾਦਾਰਾਂ ਦਾ ਨਾਂ ਲਵਾਂਗਾ ਦੁਆ ਦੇ ਵਿੱਚ ਕਿ ਖੁਦਾਇਆ ਤੂੰ ਵਫਾਦਾਰਾਂ ਦਾ ਖੁਦਾ ਹੈ। ਮੈਂ ਕਦੀ ਜ਼ਿੰਦਗੀ ਵੀ ਤੇ ਆਪਣੀ ਵੇਖਾਂ ਮੈਂ ਵਫਾਦਾਰ ਹੈ ਵੀ ਹਾਂ? ਮੈਂ ਕਿਹੜੀ ਚੀਜ਼ ਛੱਡੀ ਗਈ ਉਹਦੇ ਵਾਸਤੇ? ਮੈਂ ਕਿਹੜੀ ਚੀਜ਼ ਕੁਰਬਾਨ ਕੀਤੀ ਉਹਦੇ ਵਾਸਤੇ? ਮੈਂ ਕਿਹੜੀ ਆਦਤ ਤਰਕ ਕੀਤੀ ਉਹਦੇ ਵਾਸਤੇ? ਮੈਂ ਕਿਹੜੀ ਗੱਲ ਨੂੰ ਛੱਡ ਦਿੱਤਾ ਉਹਦੇ ਵਾਸਤੇ? ਮੈਂ ਜ਼ੁਬਾਨ ਤੇ ਕੰਟਰੋਲ ਕੀਤਾ ਉਹਦੇ ਵਾਸਤੇ? ਮੈਨੂੰ ਪਤਾ ਹੈ ਗਾਲਾਂ ਬਕਣ ਵਾਲੇ ਬਾਦਸ਼ਾਹੀ 'ਚ ਨਹੀਂ ਜਾਣਗੇ, ਮੈਂ ਕੰਟਰੋਲ ਕੀਤਾ। ਮੈਨੂੰ ਪਤਾ ਹੈ ਜ਼ਨਾਕਾਰ ਨਹੀਂ ਜਾਣਗੇ, ਮੈਂ ਜ਼ਨਾਕਾਰੀ ਦੀ ਜ਼ਿੰਦਗੀ ਤੇ ਨਹੀਂ ਗੁਜ਼ਾਰ ਰਿਹਾ। ਮੈਨੂੰ ਪਤਾ ਹੈ ਜੇ ਮੈਂ ਗਲਤ ਵੇਖਿਆ, ਗਲਤ ਸੋਚਿਆ ਤੇ ਮੈਂ ਗਲਤੀਆਂ ਦਾ ਸ਼ਿਕਾਰ ਹੋ ਕੇ ਗਲਤੀਆਂ 'ਚ ਪਵਾਂਗਾ ਤੇ ਮੈਂ ਵੇਖਣੋਂ ਬਾਜ਼ ਨਹੀਂ ਆਇਆ। ਇਹਦਾ ਮਤਲਬ ਮੈਂ ਕੰਟਰੋਲ 'ਚ ਨਹੀਂ ਆ ਤੇ ਮੈਂ ਕੁਰਬਾਨ ਨਹੀਂ ਕੀਤਾ ਆਪਣੇ ਆਪ ਨੂੰ, ਮੈਂ ਆਪਣੀਆਂ ਆਦਤਾਂ ਤੇ ਕੰਟਰੋਲ ਨਹੀਂ ਕੀਤਾ। ਮੇਰੇ ਕੋਲ ਤੇ ਇਹ ਚੀਜ਼ਾਂ ਦੀ ਕੁਰਬਾਨੀ ਨਹੀਂ ਦਿੱਤੀ ਗਈ। ਮੇਰੇ ਕੋਲ ਆਪਣੀ ਜ਼ੁਬਾਨ ਦੀ, ਆਪਣੇ ਹੱਥਾਂ ਦੀ ਤੇ ਆਪਣੇ ਪੈਰਾਂ ਦੀ ਕੁਰਬਾਨੀ ਨਹੀਂ ਦਿੱਤੀ ਗਈ। ਮੇਰੇ ਕੋਲ ਆਪਣੇ ਜਜ਼ਬਾਤਾਂ ਦੀ ਕੁਰਬਾਨੀ ਨਹੀਂ ਦਿੱਤੀ ਗਈ। ਤੇ ਬਰਕਤ ਤੇ ਮੈਨੂੰ ਚਾਹੀਦੀ ਹੈ ਨਾ। ਉਹ ਤਾਂ ਮੈਂ ਬਪਤਿਸਮਾ 'ਚ ਲੈ ਵੀ ਲਿਆ ਤੇ ਵੇਖੋ ਨਾ, ਹੁਣ ਯਿਸੂ ਮਸੀਹ ਨੇ ਕਿਹਾ ਸੀ ਕਿ ਆਪਣਾ ਕੰਮ ਕਰਦੇ, ਮੈਂ ਕੀਤਾ ਨੇ, ਹੁਣ ਦਵੇ ਮੈਨੂੰ। ਹੁਣ ਮੇਰੀ ਜ਼ਿੰਦਗੀ 'ਚ ਸਾਰਾ ਕੁਝ ਕਰੇ ਕਿਉਂਕਿ ਮੈਂ ਬਪਤਿਸਮਾ ਲਿਆ ਹੈ। ਕੋਈ ਐਸਾ ਬੰਦਾ ਨਹੀਂ ਹੈ ਬਾਈਬਲ ਦਾ ਜਿਹਨੇ ਆਪਣੀ ਜ਼ਿੰਦਗੀ ਕਲਾਮ ਦੇ ਮੁਤਾਬਕ ਗੁਜ਼ਾਰੀ ਤੇ ਉਹ ਨੀਵਾਂ ਰਿਹਾ। ਤੇ ਕੋਈ ਐਸਾ ਨਹੀਂ ਹੈ ਜਿਹਨੇ ਆਪਣੀਆਂ ਮਰਜ਼ੀਆਂ ਕੀਤੀਆਂ ਤੇ ਖੁਦਾ ਦੇ ਸਾਹਮਣੇ ਉੱਚਾ ਹੋਇਆ, ਕੋਈ ਨਹੀਂ ਹੈ। ਪਰ ਜਿਹੜੇ ਖੁਦਾ ਦੇ ਸਾਹਮਣੇ ਠੀਕ ਸਨ, ਜਦੋਂ ਉਹਨਾਂ ਨੇ ਗਲਤ ਕੀਤਾ ਤੇ ਖੁਦਾ ਨੇ ਤੇ ਉਹਨਾਂ ਨੂੰ ਨਹੀਂ ਛੱਡਿਆ ਸਰ। ਤੇ ਆਪਾਂ ਤੇ ਚੱਲੇ ਵੀ ਨਾ ਹੋਈਏ, ਤੇ ਆਪਾਂ ਜੇ ਚੱਲੇ ਵੀ ਆ ਤੇ ਆਪਾਂ ਇਹ ਸੋਚੀਏ ਕਿ ਚੱਲ ਲਿਆ ਇੰਨਾ ਹੀ ਬੜਾ ਹੈ। ਬਾਈਬਲ ਚ ਲਿਖਿਆ ਜਾਨ ਦੇਣ ਤੱਕ ਵਫਾਦਾਰ ਰਹਿ। ਮੈਨੂੰ ਰਹਿਣਾ ਪਏਗਾ, ਮੈਨੂੰ ਰਹਿਣਾ ਪੈਣਾ ਹੈ। ਹਾਲੇਲੂਇਆ। ਆਪਣੇ ਨਾਲ ਦੇ ਨੇ ਕੋ ਆਪਣੇ ਆਪ ਨੂੰ ਬਦਲ। ਆਪਣੇ ਨਾਲ ਦੇ ਨੇ ਕੋ ਆਪਣੇ ਆਪ ਨੂੰ ਬਦਲ। ਗੌਰ ਕਰ ਕਿ ਤੂੰ ਉਹਨੂੰ ਪਸੰਦ ਆਇਆ ਵੀ ਹੈ ਜਾਂ ਨਹੀਂ। ਹਾਲੇਲੂਇਆ। ਜ਼ਰੂਰੀ ਕੀ ਹੈ ਮੈਂ ਇਸ ਕਰਪਟ ਨਿਜ਼ਾਮ ਦੇ ਵਿੱਚ ਰਹਿ ਕੇ, ਇਸ ਦੁਨੀਆ ਦੇ ਗਲੀਜ਼ ਨਿਜ਼ਾਮ ਦੇ ਵਿੱਚ ਰਹਿ ਕੇ, ਜਿੱਥੇ ਹਰ ਇੱਕ ਨੇ ਆਪਣੀ ਚਾਹਤ ਪੂਰੀ ਕਰਨੀ ਹੈ, ਜਿੱਥੇ ਹਰ ਇੱਕ ਨੇ ਆਪਣੀ ਖਾਹਿਸ਼ ਪੂਰੀ ਕਰਨੀ ਹੈ, ਜਿੱਥੇ ਜੋ ਕਿਸੇ ਦੇ ਦਿਲ ਦੇ ਵਿੱਚ ਆਇਆ ਉਹਨੇ ਉਹ ਪੂਰਾ ਕਰਨਾ ਹੈ, ਮੈਂ ਇਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਰਹਿ ਕੇ ਉਹਨਾਂ ਵਰਗਾ ਬਣਨਾ ਵੀ ਚਾਹਨਾ ਵਾਂ। ਤੇ ਫਿਰ ਮੈਂ ਆ ਕੇ ਖੁਦਾ ਦੇ ਕੋਲੋਂ ਬਰਕਤ ਲੈਣ ਦਾ ਦਾਅਵੇਦਾਰ ਵੀ ਮੈਂ ਬਣਨਾ ਵਾਂ। ਮੈਂ ਇਸ ਗੱਲ ਦਾ ਦਾਅਵੇਦਾਰ ਵੀ ਹਾਂ ਕਿ ਬਰਕਤ ਵੀ ਖੁਦਾਇਆ ਤੂੰ ਮੈਨੂੰ ਦੇਣੀ ਹੈ। ਜਦੋਂ ਕਿ ਰੂਹਾਨੀ ਦਾਇਰਾਕਾਰ ਅਲੱਗ ਤਰ੍ਹਾਂ ਦੇ ਨੇ, ਰੂਹਾਨੀ ਜ਼ਿੰਦਗੀ ਅਲੱਗ ਤਰ੍ਹਾਂ ਦੀ ਏ, ਰੂਹ ਦੇ ਵਿੱਚ ਰਹਿ ਕੇ ਚੱਲਣਾ ਇੱਕ ਅਲੱਗ ਤਰ੍ਹਾਂ ਦਾ ਏ, ਬਾਪ ਨੂੰ ਪਸੰਦ ਆਣਾ ਇੱਕ ਅਲੱਗ ਤਰ੍ਹਾਂ ਦੀ ਜ਼ਿੰਦਗੀ ਏ। ਮੈਂ ਆਪਣੀ ਜ਼ਿੰਦਗੀ ਤੇ ਗੌਰ ਕਿਉਂ ਨਹੀਂ ਕੀਤਾ ਕਿ ਮੈਂ ਉਹਨੂੰ ਰਾਜ਼ੀ ਕੀਤਾ ਵੀ ਹੈ ਜਾਂ ਨਹੀਂ। ਹੁਣ ਤੱਕ ਮੇਰੀ ਜ਼ਿੰਦਗੀ ਗੁਜ਼ਰ ਗਈ, ਆਏ ਦਿਨ ਮੈਂ ਜਨਾਜ਼ੇ ਵੇਖ ਰਿਹਾ, ਮੈਂ ਆਏ ਦਿਨ ਫੌਤਗੀਆਂ, ਮੈਂ ਹਾਲਾਤ ਖਰਾਬ, ਮੈਂ ਸਾਰਾ ਕੁਝ ਵੇਖ ਰਿਹਾ ਵਾਂ। ਮੈਂ ਇਸ ਗੱਲ ਨੂੰ ਕਿਉਂ ਨਹੀਂ ਸੋਚਦਾ ਕਿ ਮੇਰਾ ਵੀ ਟਾਈਮ ਆਣਾ ਹੈ ਜਦੋਂ ਮੈਂ ਚਲੇ ਜਾਣਾ ਹੈ। ਤੇ ਮੌਲਤ ਤੇ ਸਾਰੀ ਉਦੋਂ ਤੱਕ ਹੀ ਹੈ, ਤੇ ਜਦੋਂ ਮੌਲਤ ਉਦੋਂ ਤੱਕ ਹੈ, ਤੇ ਮੈਂ ਕਿਉਂ ਆਪਣੀ ਜ਼ਿੰਦਗੀ ਆਪਣੇ ਤਰੀਕੇਕਾਰਾਂ ਦੇ ਨਾਲ ਗੁਜ਼ਾਰਨ ਦੀ ਕੋਸ਼ਿਸ਼ ਕਰ ਰਿਹਾ ਵਾਂ? ਮੈਂ ਕਿਉਂ ਸ਼ੈਤਾਨ ਦੇ ਕਬਜ਼ੇ ਚੋਂ ਬਾਹਰ ਨਹੀਂ ਨਿਕਲਿਆ? ਅੱਜ ਮੈਨੂੰ ਰਿਸ਼ਤੇਦਾਰਾਂ ਨੂੰ ਰਾਜ਼ੀ ਕਰਨਾ ਜ਼ਿਆਦਾ ਅੱਛਾ ਲੱਗਦਾ ਏ। ਰਿਸ਼ਤੇਦਾਰ ਕੌਣ? ਰਿਸ਼ਤੇਦਾਰ ਉਹ ਜਿਨ੍ਹਾਂ ਨੇ ਕਦੀ ਖੁਦਾ ਨੂੰ ਨਹੀਂ ਜਾਣਿਆ। ਤੇ ਮੈਂ ਐਸਾ ਕਿ ਮੈਂ ਖੁਦਾ ਨੂੰ ਵੀ ਤਰਕ ਕਰ ਦੇਣਾ ਵਾ ਉਹਨਾਂ ਰਿਸ਼ਤੇਦਾਰਾਂ ਨੂੰ ਰਾਜ਼ੀ ਕਰਨ ਵਾਸਤੇ। ਨਾ ਮੈਂ ਖੁਦਾ ਦਾ ਟਾਈਮ ਉਹਨੂੰ ਦਿੱਤਾ, ਨਾ ਮੈਂ ਦੁਆ ਦੇ ਵਿੱਚ ਉਹਦੇ ਨਾਲ ਬੈਠਾ, ਨਾ ਮੈਂ ਕਲਾਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਖੁਦਾ ਦੇ ਕੋਲੋਂ ਬਰਕਤਾਂ ਮੈਨੂੰ ਸਾਰੀਆਂ ਹੀ ਚਾਹੀਦੀਆਂ ਕਿ ਖੁਦਾਇਆ ਆਪਣਾ ਅਸਮਾਨ ਮੇਰੇ ਤੇ ਖੋਲ, ਮੈਨੂੰ ਯਾਦ ਕਰ ਖੁਦਾਇਆ।
ਉਹ ਕਹਿੰਦਾ ਕਾਕਾ ਤੂੰ ਯਾਦ ਹੈ ਮੈਨੂੰ ਬੜੇ ਅੱਛੇ ਤਰੀਕੇ ਨਾਲ ਯਾਦ ਹੈ, ਤੇਰੇ ਸਾਰੇ ਕੰਮ ਮੇਰੇ ਸਾਹਮਣੇ ਨੇ, ਤੇਰੀਆਂ ਕਾਲੀਆਂ ਪੀਲੀਆਂ ਨੀਲੀਆਂ ਕਰਤੂਤਾਂ ਮੇਰੇ ਸਾਹਮਣੇ ਨੇ, ਤੂੰ ਕਿਹੜੀ ਗੱਲ ਕਰ ਰਿਹਾ, ਤੂੰ ਮੈਨੂੰ ਯਾਦ ਹੈ, ਮੈਨੂੰ ਪਤਾ ਹੈ ਤੇਰਾ। ਉਹਨਾਂ ਤੇ ਤੂੰ ਬਰਕਤ ਨਹੀਂ ਲੈ ਸਕਦਾ, ਉਹਨਾਂ ਤੇ ਤੂੰ ਬਰਕਤ ਨਹੀਂ ਲੈ ਸਕਦਾ ਜਿਹੜੇ ਕੰਮ ਤੂੰ ਕੀਤੀ ਬੈਠਾ ਹੈ। ਕਿਉਂ? ਕਲਾਮ ਚ ਇਹੀ ਚਾਹੇ ਕਿ ਤੁਹਾਡੇ ਅੱਛੇ ਕੰਮ ਲੋਕਾਂ ਦੇ ਸਾਹਮਣੇ ਜ਼ਾਹਰ ਹੋਣ, ਤਾਂ ਕਿ ਉਹ ਤੁਹਾਡੇ ਅੱਛੇ ਕੰਮਾਂ ਨੂੰ ਵੇਖ ਕੇ ਤੁਹਾਡਾ ਬਾਪ ਜਿਹੜਾ ਅਸਮਾਨ ਤੇ ਵੇ ਉਹਦੀ ਤਾਰੀਫ ਕਰਨ। ਹਾਲੇਲੂਇਆ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਕਿ ਖੁਦਾ ਆਪਣੇ ਲੋਕਾਂ ਨੂੰ ਅਲੱਗ ਤਰ੍ਹਾਂ ਦਾ ਰੱਖਣਾ ਚਾਹ ਰਿਹਾ ਏ। ਉਹ ਅਲੱਗ ਤਰ੍ਹਾਂ ਦੀ ਸੋਚ ਲਗਾ ਕੇ ਬੈਠਾ ਹੈ ਆਪਣੇ ਲੋਕਾਂ ਤੋਂ ਕਿ ਅਲੱਗ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨ। ਇਸ ਤੋਂ ਅਲੱਗ ਤਰ੍ਹਾਂ ਦੀ ਜ਼ਿੰਦਗੀ ਤੋਂ ਪਰੇਸ਼ਾਨ ਨਾ ਹੋਵੋ ਕਿ ਮੇਰੀ ਜ਼ਿੰਦਗੀ ਅਲੱਗ ਤਰ੍ਹਾਂ ਦੀ ਨਾ ਹੋ ਜਾਵੇ, ਮੈਂ ਅਲੱਗ ਤਰ੍ਹਾਂ ਦਾ ਨਾ ਬਣ ਜਾਵਾਂ। ਲੋਕ ਮੈਨੂੰ ਕੀ ਕਹਿਣਗੇ ਕਿ ਮੇਰੀ ਤੇ ਜ਼ਿੰਦਗੀ ਫਰਕ ਹੈ। ਤੁਹਾਨੂੰ ਫਰਕ ਹੋਣਾ ਪੈਣਾ ਜੇ ਚਾਹੁੰਦੇ ਹੋ ਜ਼ਿੰਦਗੀ ਫਰਕ ਹੋਏ। ਬਾਪ ਦੇ ਸਾਹਮਣੇ ਮੇਰੀ ਇੱਜ਼ਤ ਫਰਕ ਤਰ੍ਹਾਂ ਦੀ ਹੋਏ, ਮੇਰਾ ਰੁਤਬਾ ਉਹਦੇ ਸਾਹਮਣੇ ਫਰਕ ਤਰ੍ਹਾਂ ਦਾ ਹੋਏ, ਅਲੱਗ ਤਰ੍ਹਾਂ ਦਾ ਹੋਏ, ਤੇ ਮੈਨੂੰ ਜ਼ਿੰਦਗੀ ਵੀ ਅਲੱਗ ਤਰ੍ਹਾਂ ਦੀ ਗੁਜ਼ਾਰਨੀ ਪੈਣੀ ਹੈ। ਹਾਲੇਲੂਇਆ। ਜ਼ੋਰਦਾਰ ਤਾਲੀਆਂ ਖੁਦਾਵੰਦ ਯਿਸੂ ਮਸੀਹ ਵਾਸਤੇ। ਮੈਂ ਕਿਹਾ ਜ਼ੋਰਦਾਰ ਤਾਲੀਆਂ। ਮੇਰੀ ਜ਼ਿੰਦਗੀ ਅਲੱਗ ਤਰ੍ਹਾਂ ਦੀ ਗੁਜ਼ਾਰਨੀ ਪੈਣੀ ਹੈ। ਕਲਾਮ ਤੋਂ ਹਟ ਕੇ, ਕਲਾਮ ਚੋਂ ਬਾਹਰ ਨਿਕਲ ਕੇ, ਕਲਾਮ ਤੋਂ ਦੂਰ ਜਾ ਕੇ ਕੋਈ ਖੁਦਾ ਤੋਂ ਕੁਝ ਨਹੀਂ ਲੈ ਸਕਦਾ। ਇਸ ਗੱਲ ਨੂੰ ਯਾਦ ਰੱਖਣਾ ਕਿ ਅਗਰ ਤੁਸੀਂ ਆਪਣੇ ਆਪ ਨੂੰ ਨਾ ਬਦਲਿਆ, ਅਗਰ ਤੁਸੀਂ ਆਪਣੇ ਆਪ ਨੂੰ ਨਾ ਬਦਲਿਆ, ਆਪਣੇ ਆਪ ਨੂੰ ਕਲਾਮ ਦੇ ਮੁਤਾਬਕ ਨਾ ਚਲਾਇਆ, ਤੇ ਸ਼ੈਤਾਨ ਤੁਹਾਨੂੰ ਚਲਾਏਗਾ। ਤੇ ਜਦੋਂ ਸ਼ੈਤਾਨ ਤੁਹਾਨੂੰ ਚਲਾਏਗਾ, ਬਾਦਸ਼ਾਹੀ ਭੁੱਲ ਜਾਓ। ਨਾ ਝੂਠੇ ਲਾਰੇ ਮੇਰੇ ਕੋਲ ਹੈ ਨੇ ਕਿ ਤੁਸੀਂ ਰਾਜ ਸਬਾਜ਼, ਤੇ ਮੈਂ ਕਹਾਂ ਕਿ ਯਿਸੂ ਮਸੀਹ ਤੁਹਾਨੂੰ ਲੈਣ ਆ ਰਿਹਾ, ਤੁਸੀਂ ਜਿਹੋ ਜਿਹੇ ਮਰਜ਼ੀ ਹੋ, ਬਸ ਤੁਸੀਂ ਪਾਦਰੀ ਦੇ ਕੋਲ ਚਰਚ ਆਉਂਦੇ ਹੋ, ਚੰਦਾ ਪਾਉਂਦੇ ਹੋ, ਤੇ ਬਸ ਤੁਸੀਂ ਬਾਦਸ਼ਾਹੀ ਦੇ ਵਾਰਸ ਹੋ। ਕੋਈ ਚੱਕਰ ਨਹੀਂ ਜੇ। ਤੁਹਾਨੂੰ ਠੀਕ ਹੋਣਾ ਪੈਣਾ, ਤੁਹਾਨੂੰ ਉਹਨੂੰ ਰਾਜ਼ੀ ਕਰਨਾ ਪੈਣਾ ਹੈ, ਉਹ ਪਾ ਕੇ ਤੁਹਾਨੂੰ ਪਾਕ ਬਣਨਾ ਪੈਣਾ ਹੈ। ਇਹ ਸਾਰੀਆਂ ਗੱਲਾਂ, ਇਹ ਸਾਰੀਆਂ ਚੀਜ਼ਾਂ ਕਿਉਂ ਨੇ ਭਲਾ? ਕਿਉਂਕਿ ਉਹ ਪਾ ਕੇ ਇਸ ਤੋਂ ਤੁਹਾਨੂੰ ਪਾਕ ਹੋਣਾ ਪੈਣਾ ਹੈ। ਔਰ ਰਾਸਤੇ ਨੂੰ ਪਸੰਦ ਕਰਦਾ, ਤੁਹਾਨੂੰ ਰਾਜ ਸਬਾਜ਼ੀ 'ਚ ਚੱਲਣਾ ਪੈਣਾ। ਦੁਨੀਆ ਦੇ ਨਿਜ਼ਾਮ ਦੀ ਫਿਕਰ ਨਾ ਕਰੋ। ਅੱਜ ਤੋਂ ਦੁਨੀਆ ਦੇ ਨਿਜ਼ਾਮ ਨੂੰ ਤਰਕ ਕਰਕੇ ਜ਼ਿੰਦਗੀ ਗੁਜ਼ਾਰੋ। ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਕੱਢ ਦਿਓ ਕਿ ਲੋਕ ਕਰਦੇ ਪਏ ਨੇ, ਛੱਡ ਦਿਓ। ਲੋਕਾਂ ਦੀ ਪਰਵਾਹ ਨਾ ਕਰੋ, ਰਿਸ਼ਤੇਦਾਰਾਂ ਦੀ ਪਰਵਾਹ ਨਾ ਕਰੋ, ਆਂਢ ਗੁਆਂਢ ਦੀ, ਅੜੋਸ ਪੜੋਸ ਦੇ ਭੈਣ ਭਰਾ ਤੇ ਸ਼ਰੀਕਾ ਬਰਾਦਰੀ, ਛੱਡ ਦਿਓ ਇਹਨਾਂ ਨੂੰ। ਕੋਈ ਕਿਸੇ ਦੇ ਨਾਲ ਨਹੀਂ ਜੇ ਜਾਣਾ, ਸਾਰਿਆਂ ਆਪਣਾ ਆਪ ਸਾਥ ਦੇਣਾ ਜੇ। ਤੇ ਸਭ ਤੋਂ ਪਹਿਲੀ ਗੱਲ, ਆਪਣੀ ਜ਼ਿੰਦਗੀ ਤੇ ਗੌਰ ਕਰੋ ਕਿ ਕਿਸ ਤਰ੍ਹਾਂ ਚੱਲਦੇ ਪਏ ਹੋ। ਬਾਪ ਨੂੰ ਰਾਜ਼ੀ ਕਰਨਾ ਇਹ ਬੜਾ ਜ਼ਰੂਰੀ ਜੇ। ਅਗਰ ਚਾਹੁੰਦੇ ਹੋ ਉਹਦਾ ਹੱਥ ਤੁਹਾਡੀ ਜ਼ਿੰਦਗੀਆਂ ਤੇ ਰਵੇ, ਉਹਨੂੰ ਰਾਜ਼ੀ ਕਰੋ। ਆਪਣੇ ਘਰਾਂ ਦੇ ਨਿਜ਼ਾਮ ਨੂੰ ਬਿਹਤਰ ਕਰੋ, ਆਪਣੇ ਬੱਚਿਆਂ ਤੇ ਕੰਟਰੋਲ ਕਰੋ, ਤੇ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਗਲੀਆਂ 'ਚ ਨਾ ਫਿਰਨ। ਮੈਂ ਤੁਹਾਨੂੰ ਇੱਕ ਅਸਾਈਨਮੈਂਟ, ਇੱਕ ਕੰਮ ਦੇਣ ਲੱਗਾ ਵਾਂ। ਜਿੰਨੇ ਬੱਚਿਆਂ ਵਾਲੇ ਹੋ ਤੁਸੀਂ, ਆਪਣੇ ਬੱਚਿਆਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦਿਓ। ਘਰਾਂ 'ਚ ਬਿਠਾਓ ਇਹਨਾਂ ਨੂੰ, ਦੁਆ ਤੇ ਲਾਓ ਇਹਨਾਂ ਨੂੰ। ਇਹ ਗਲੀਆਂ ਦੇ ਵਿੱਚ ਨਜ਼ਰ ਨਾ ਆਣ। ਜੇ ਸਕੂਲ ਜਾਂਦੇ ਨੇ, ਸਕੂਲੋਂ ਵਾਪਸ ਆਣ ਤੇ ਘਰ ਰਹਿਣ। ਘਰ ਦੇ ਵਿੱਚ LCD ਏ, ਉਹਦੇ ਤੇ ਗੀਤ ਲਗਾਓ ਤੇ ਗੀਤ ਹੀ ਸੁਣਨ ਸਿਰਫ। ਇਹਨਾਂ ਨੂੰ ਕੈਦ ਕਰ ਲਓ। ਮੈਂ ਤੁਹਾਨੂੰ ਸਹੀ ਦੱਸ, ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ ਵਾਂ। ਇਹਨਾਂ ਨੂੰ ਜਿੰਨਾ ਆਪਣੇ ਕੰਟਰੋਲ 'ਚ ਰੱਖਿਆ ਜਾ ਸਕਦਾ ਰੱਖ ਲਵੋ, ਜਿੰਨਾ ਰੱਖਿਆ ਜਾ ਸਕਦਾ ਰੱਖ ਲਵੋ। ਇਹਨਾਂ ਨੂੰ ਦੁਆ ਵਾਲੇ ਪਾਸੇ ਲਾਓ, ਇਹਨਾਂ ਨੂੰ ਕਲਾਮ ਵਾਲੇ ਪਾਸੇ ਲਾਓ, ਵਰਸ਼ਿਪ ਵਾਲੇ ਪਾਸੇ ਲਾਓ, ਤੇ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖੋ। ਇਹਨਾਂ ਨੂੰ ਬਾਹਰ ਨਾ ਨਿਕਲਣ ਦਿਓ, ਸ਼ੈਤਾਨ ਨੂੰ ਮੌਕਾ ਨਾ ਦਿਓ। ਅਗਰ ਤੁਸੀਂ ਇਹਨਾਂ ਤੇ ਕੰਟਰੋਲ ਨਾ ਕੀਤਾ, ਅਬਲੀਸ ਇਹਨਾਂ ਤੇ ਕੰਟਰੋਲ ਕਰੇਗਾ, ਉਹ ਚਲਾਏਗਾ ਇਹਨਾਂ ਨੂੰ। ਤੁਹਾਨੂੰ ਗੱਲਾਂ ਅਜੀਬ ਲੱਗਣ, ਕੋਈ ਇਸ਼ੂ ਨਹੀਂ ਹੈ ਲੱਗਣ, ਪਰ ਇਹ ਸੱਚ ਹੈ।
ਨਾ ਸਮਝੋਗੇ ਪ੍ਰੋਬਲਮ 'ਚ ਪਵੋਗੇ ਤੁਸੀਂ। ਮੈਂ ਨਹੀਂ ਚਾਹੁੰਦਾ ਪਵੋ, ਇਸ ਤੋਂ ਮੈਂ ਕਹਿ ਰਿਹਾ ਵਾਂ ਇਹਨਾਂ ਨੂੰ ਕਰਾਊਡ ਵਾਲੀ ਜਗ੍ਹਾ ਤੋਂ ਵੀ ਦੂਰ ਰੱਖੋ। ਇਹਨਾਂ ਨੂੰ ਸ਼ਾਦੀਆਂ ਵਿਆਹ ਤੇ ਮਜਮਿਆਂ ਤੋਂ ਜਿੱਥੇ ਲੋਕ ਇਕੱਠੇ ਹੁੰਦੇ ਨੇ ਇਹਨਾਂ ਤੋਂ ਦੂਰ ਰੱਖੋ। ਆਪੇ ਜਾਓ, ਝੜ ਦੀ ਝੜ ਜਾਓ, ਹੋ ਕੇ ਵਾਪਸ ਆਓ, ਨਹੀਂ ਜ਼ਰੂਰਤ ਲਿਜਾਣ ਦੀ ਇਹਨਾਂ ਨੂੰ ਕਿਤੇ ਵੀ। ਘਰਾਂ 'ਚ ਰੱਖੋ, ਇਹਨਾਂ ਨੂੰ ਕੰਟਰੋਲ ਰੱਖੋ। ਅਗਰ ਤੁਸੀਂ ਕੰਟਰੋਲ ਨਾ ਕੀਤਾ ਤੇ ਸ਼ੈਤਾਨ ਨੇ ਕਰਨਾ ਏ। ਹੁਣ ਸਭ ਤੋਂ ਵੱਡਾ ਰੋਲਾ ਤੇ ਇਹ ਵੀ ਤੁਹਾਨੂੰ ਕੰਟਰੋਲ ਸ਼ੈਤਾਨ ਕਰਦਾ ਪਿਆ, ਤੁਸੀਂ ਉਹਨਾਂ ਨੂੰ ਕੀ ਬਚਾਣਾ? ਮੈਨੂੰ ਬੜੇ ਅਫਸੋਸ ਦੇ ਨਾਲ ਇਹ ਗੱਲਾਂ ਕਰਨੀਆਂ ਪੈ ਰਹੀਆਂ। ਮੈਨੂੰ ਖੁਸ਼ੀ ਨਹੀਂ ਹੈ ਇਸ ਗੱਲ ਦੀ। ਹਾਂ, ਉਸ ਤੋਂ ਬਾਅਦ ਮੈਂ ਤੁਹਾਨੂੰ ਸਿਰਫ ਇਹ ਸਾਰੀਆਂ ਕਲੀਸਿਆਵਾਂ ਵਾਸਤੇ, ਹਰ ਇੱਕ ਬੰਦੇ ਵਾਸਤੇ ਕਾਨੂੰਨ ਏ। ਤੇ ਯਾਦ ਰੱਖਣਾ, ਜਿਨ੍ਹਾਂ ਨੇ ਇਹਨਾਂ ਨੂੰ ਨਾ ਮੰਨਿਆ ਉਹ ਫਸਣਗੇ। ਤੁਸੀਂ ਆਉਣ ਵਾਲਾ ਟਾਈਮ ਵੇਖਣਾ। ਮੈਂ ਕਿਉਂ ਦੱਸ ਰਿਹਾ ਤੁਹਾਨੂੰ? ਕਿਉਂਕਿ ਮੈਂ ਚਾਹਨਾ ਵਾਂ ਕਿ ਇਸ ਚਰਚ ਦੇ ਲੋਕ ਅਲੱਗ ਤਰ੍ਹਾਂ ਦੇ ਨਜ਼ਰ ਆਣ। ਇਹਨਾਂ ਦੀਆਂ ਜ਼ਿੰਦਗੀਆਂ, ਇਹਨਾਂ ਦੀ ਗਵਾਈਆਂ, ਇਹਨਾਂ ਦੇ ਹਾਲਾਤ ਅਲੱਗ ਤਰ੍ਹਾਂ ਦੇ ਨਜ਼ਰ ਆਣ। ਇਹ ਅਲੱਗ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨ ਮੈਂ ਇਹ ਚਾਹਨਾ ਵਾਂ। ਇਸ ਤੋਂ ਮੈਂ ਤੁਹਾਨੂੰ ਅਲੱਗ ਤਰ੍ਹਾਂ ਦੇ ਤਰੀਕੇ ਦੱਸ ਰਿਹਾ ਕਿ ਇਹ ਕਰੋਗੇ ਬਿਹਤਰ ਰਹੋਗੇ। ਅਗਰ ਇਹ ਨਹੀਂ ਕਰੋਗੇ ਖਤਾ ਖਾਓਗੇ, ਪ੍ਰੋਬਲਮ 'ਚ ਪਵੋਗੇ। ਤੇ ਜਵਾਨ ਕੁੜੀਆਂ ਮੁੰਡਿਆਂ ਵਾਸਤੇ ਇਹ ਗੱਲ ਕਿ ਆਪਣੇ ਵਾਸਤੇ ਨਾ ਲੱਭੋ। ਮੇਰੀ ਇਹਦੇ ਨਾਲ ਹੋਈ ਜਾਵੇ ਤੇ ਮੇਰੀ ਉਹਦੇ ਨਾਲ ਹੋਈ ਜਾਵੇ, ਤੇ ਮੇਰਾ ਇੱਧਰ ਕਰ ਦਿਓ ਤੇ ਮੇਰਾ ਉਧਰ ਹੋਈਆ। ਨਾ ਵੇਖੋ ਤੇ ਨਾ ਲੱਭੋ ਤੇ ਨਾ ਹਿਸਾਬ ਲਾਓ। ਤੇ ਮਾਂ ਪਿਓ ਜਿਹੜਾ ਨਾ, ਉਹ ਵੀ ਇਹ ਸ਼ੋਸ਼ਿਆਂ ਦੇ ਵਿੱਚੋਂ ਬਾਹਰ ਨਿਕਲੇ। ਕੋਈ ਰਿਸ਼ਤਾ ਨਾ ਕਰੇ ਕਿਸੇ ਦਾ। ਜਦੋਂ ਟਾਈਮ ਆਏ, ਪਤਾ ਹੋਏ ਹੁਣ ਕਰਨਾ ਏ, ਉਸੇ ਟਾਈਮ ਹੀ ਲੱਭੋ, ਉਸੇ ਟਾਈਮ ਹੀ ਕਰਕੇ ਫਰਕ ਕਰਾਓ। ਇਹ ਲੰਬੇ ਚੱਕਰਾਂ ਦਾ ਚੱਕਰ ਨਾ ਬਣਾਓ। ਨਹੀਂ ਜੀ, ਇਹ ਤੇ ਮੇਰੀ, ਤੇ ਆ ਤੇ ਮੇਰਾ ਮੁੰਡਾ, ਮੇਰੀ ਕੁੜੀ। ਰੋਵੋ ਬਈ, ਤੁਸੀਂ ਚੰਗੇ ਸਿਆਪਿਆਂ ਨੂੰ ਪਏ ਜੇ। ਅਕਲਾਂ ਮਰ ਗਈਆਂ ਲੋਕਾਂ ਦੀਆਂ। ਉਹ ਏਡੇ ਏਡੇ ਹੋਣਗੇ ਤੇ ਮੇਰੀ ਤੇ ਮੇਰਾ ਕਰ ਦਿੱਤਾ ਇਹਨਾਂ ਨੇ। ਇਹ ਮਸਲੇ ਨੇ ਸਰ। ਤੇ ਉਸ ਤੋਂ ਬਾਅਦ ਪਹਿਲੇ ਤੇ ਇਹ ਗਲਤੀ ਕਰੋ ਨਾ। ਤੇ ਜੇ ਇਹ ਗਲਤੀ ਕੀਤੀ ਜੇ ਤੇ ਕੋਸ਼ਿਸ਼ ਇਹ ਕਰੋ ਕਿ ਉਹ ਕੁੜੀ ਤੇ ਮੁੰਡਾ ਜਿਨ੍ਹਾਂ ਦਾ ਰਿਸ਼ਤਾ ਹੋ ਗਿਆ, ਉਹ ਕਦੀ ਫੋਨ ਤੇ ਗੱਲ ਨਾ ਕਰਨ। ਅੱਛਾ, ਮੈਂ ਕਿਹਾ ਫੋਨ ਤੇ ਗੱਲ ਨਾ ਕਰਨਾ, ਮਿਲਣਾ ਬੜੀ ਦੂਰ ਦੀ ਗੱਲ ਏ। ਤੁਹਾਨੂੰ ਪਤਾ ਫਲਾਣੀ ਜਗ੍ਹਾ ਤੇ ਉਹ ਵੀ ਆਣ ਡਿਆ ਤੇ ਅਸੀਂ ਵੀ ਜਾਣ ਡਿਆ, ਇੱਕ ਜਾਏ ਜਾਂ ਉਹ ਚਲਾ ਜਾਏ ਜਾਂ ਇਹ ਆ ਜਾਏ। ਦੋਨਾਂ ਨੂੰ ਇਕੱਠਾ ਨਾ ਹੋਣ ਦਿਓ। ਰਿਸ਼ਤਾ ਕਰ ਲਿਆ, ਉਹ ਆਪਣੇ ਘਰ ਹੈ, ਆਪਣੇ ਘਰ। ਹਾਂਜੀ ਠੀਕ ਹੋਇਆ ਏ, ਜਦੋਂ ਹੋਏਗਾ ਉਦੋਂ ਵੇਖਾਂਗੇ। ਤੇ ਇਹਨਾਂ ਨੂੰ ਕਹੋ ਧੀ ਪੁੱਤਰ ਬਣ ਕੇ ਵਹਾਣ, ਤੇ ਮੁੰਡੇ ਨੂੰ ਕਹੋ ਕਿ ਹੋਸ਼ ਕਰ, ਸ਼ਰਮ ਕਰ, ਤੇਰਾ ਹੋਇਆ ਕੁਛ ਕਮਾ, ਕੁਛ ਬਣਾ। ਕੁੜੀ ਨੂੰ ਪਤਾ ਹੋਏ ਕਿ ਮੇਰਾ ਰਿਸ਼ਤਾ ਜੇ ਹੋਇਆ, ਮੈਂ ਜ਼ਿੰਮੇਦਾਰ ਬਣ ਕੇ ਆਪਣੇ ਕੰਮਾਂ ਨੂੰ ਕਰਨਾ ਏ। ਮੈਂ ਅੱਗੇ ਜ਼ਿੰਮੇਦਾਰੀਆਂ 'ਚ ਪੈਣ ਵਾਲੀਆਂ ਜਾਂ ਕੁਛ ਵੀ ਗੇ, ਮੈਂ ਆਪਣੇ ਘਰ ਨੂੰ ਚਲਾਣਾ ਏ ਤੇ ਜ਼ਿੰਮੇਦਾਰੀਆਂ ਨੇ। ਉਹਨੂੰ ਚਲਾਉਣ ਵਾਸਤੇ ਆਪਣੇ ਆਪ ਨੂੰ ਤਿਆਰ ਕਰੇ। ਇੱਥੇ ਬੜੀ ਪ੍ਰੋਬਲਮ ਹੈ ਕਿ ਜਨਾਬ ਅਸੀਂ ਜਾਣ ਲਈਏ ਇੱਕ ਦੂਜੇ ਨੂੰ, ਸਾਨੂੰ ਪਤਾ ਲੱਗ ਜਾਏ ਕਿ ਇਹ ਸਾਰੀਆਂ ਗੱਲਾਂ ਖੁਦਾ ਲੋ ਜੇ ਮੈਂ ਕੁਛ ਨਹੀਂ ਜੇ ਕਹਿਣ ਡਿਆ। ਮੈਂ ਸੱਚੀ ਗੱਲ ਤੁਹਾਨੂੰ ਕਹਿਣ ਡਿਆ। ਜਿਹੜਾ ਨਹੀਂ ਮੰਨੇਗਾ ਉਹ ਮਸਲਿਆਂ 'ਚ ਪੈ ਗਿਆ। ਅੱਜ ਲਿਖ ਲੈਣਾ ਇਸ ਗੱਲ ਨੂੰ। ਨਾ ਕਰੋ ਕਿਸੇ ਦਾ। ਬੱਚਿਆਂ ਤੇ ਕੰਟਰੋਲ ਰੱਖੋ। ਜਦੋਂ ਟਾਈਮ ਆਏ ਸੋਚੋ ਕਰਨਾ ਹੈ, ਬਸ ਕਰ ਦੋ, ਫਰਕ ਕਰਾਓ। ਹਾਂਜੀ ਹੋ ਗਿਆ ਜੀ, ਠੀਕ ਹੈ ਜੀ। ਲੰਬੇ ਚੱਕਰਾਂ 'ਚ ਨਾ ਕੰਮ ਪਾਇਆ ਕਰੋ ਕਿ ਜੀ ਹੋ ਜਾਏਗਾ, ਇੰਨੀ ਦੇਰ ਬਾਅਦ ਕਰਾਂਗੇ ਤੇ ਅਸੀਂ ਮੰਨ ਲਈਏ ਕਿਤੇ ਕੋਈ ਹੋਰ ਆ ਕੇ ਨਾ ਲੈ ਜਾਏ। ਫਿਰ ਕਹਿੰਦੇ ਖੁਦਾ ਨੇ ਰਿਸ਼ਤਾ ਜੋੜਿਆ ਤੇ ਮਰੇ ਤੂੰ 3 ਸਾਲ ਪਹਿਲੇ ਕੀ ਕੀਤਾ ਸੀ? ਫਿਰ ਜਦੋਂ ਜਹਿਦ ਕਰ ਫਲਾਣਿਆ ਤੂੰ ਵੀ ਆ, ਚਲੀਏ ਤੂੰ ਵੀ ਆ, ਉਹਨਾਂ ਦੇਣਾ ਨਹੀਂ, ਤੂੰ ਜਾਏਗਾ ਦੇਗਾ, ਖੁਦਾ ਨੇ ਜੋੜ ਦਿੱਤਾ। ਐਫਟਾਂ ਆਪ ਮਾਰ ਮਾਰ ਕੇ ਤੇ ਜੋੜਿਆ ਖੁਦਾ ਨੇ ਵੇ। ਹਾਲੇਲੂਇਆ। ਇਹ ਸਾਰੀਆਂ ਚੀਜ਼ਾਂ ਕੁਰਬਾਨੀ 'ਚ ਐਡ ਕਰ ਲਓ ਕਿ ਇਹ ਕੁਰਬਾਨੀਆਂ ਜੇ। ਦੁਨੀਆ ਦਾ ਨਿਜ਼ਾਮ ਇਹ ਨਹੀਂ ਹੈ ਜੋ ਮੈਂ ਦੱਸ ਰਿਹਾ ਵਾਂ। ਦੁਨੀਆ ਦਾ ਨਿਜ਼ਾਮ ਇਹਦੇ ਤੋਂ ਹਟ ਕੇ ਵੇ। ਦੁਨੀਆ ਇੰਜ ਨਹੀਂ ਚੱਲਦੀ ਜੋ ਮੈਂ ਕਹਿ ਰਿਹਾ ਚੱਲੋ, ਤੁਸੀਂ ਪ੍ਰੋਬਲਮ 'ਚ ਪਵੋਗੇ। ਹਾਂ, ਜਿਹੜਾ ਬੱਚਾ ਜਿਹੜੀ ਧੀ ਹੋਸ਼ 'ਚ ਆ ਰਹੀ ਹੈ ਨਾ,
ਉਹਨੂੰ ਪਤਾ ਹੋਏ ਮੇਰੀ ਜ਼ਿੰਮੇਵਾਰੀ ਆਪਣੇ ਘਰ ਨੂੰ ਵੇਖਾਂ, ਮੇਰੀ ਜ਼ਿੰਮੇਵਾਰੀ ਕਿ ਆਪਣੇ ਘਰ ਨੂੰ ਵੇਖਾਂ, ਆਪਣੇ ਨਿਜ਼ਾਮ ਨੂੰ ਵੇਖਾਂ। ਮੁੰਡੇ ਨੂੰ ਪਤਾ ਹੋਏ ਕਿ ਮੈਂ ਕੁਝ ਕਰਨਾ ਹੈ, ਆਪਣੇ ਘਰ ਦੇ ਵਿੱਚ ਰਹਿ ਕੇ ਉਹ ਬਿਹਤਰੀ ਵਾਸਤੇ ਕੰਮ ਕਰ ਰਿਹਾ ਹੋਏ, ਉਹ ਆਪਣੀ ਅਗਲੀ ਜ਼ਿੰਦਗੀ ਵਾਸਤੇ ਕੰਮ ਕਰ ਰਿਹਾ ਹੋਏ, ਨਾ ਕਿ ਉਹਦਾ ਫੋਕਸ ਹੋਏਗਾ ਮੇਰੀ ਕਿਸੇ ਤਰੀਕੇ ਗੱਲ ਹੋਈ ਆ। ਸਭ ਤੋਂ ਥੱਲੜੇ ਲੈਵਲ ਦਾ ਉਹ ਬੰਦਾ ਏ ਜਿਹਦੀ ਸ਼ਾਦੀ ਹੋਈ ਏ, ਜਿਹਨੇ ਖੁਦਾ ਨੂੰ ਨਹੀਂ ਜਾਣਿਆ ਤੇ ਜਿਹਦੇ ਬੱਚੇ ਜ਼ਿਆਦੇ ਨੇ। ਇਹ ਸਭ ਤੋਂ ਥੱਲੇ ਲੈਵਲ ਦਾ ਬੰਦਾ, ਜਿਹੜਾ ਜਿਹਨੇ ਖੁਦਾ ਨੂੰ ਨਹੀਂ ਜਾਣਿਆ, ਜਿਹਦੀ ਸ਼ਾਦੀ ਹੋਈ ਤੇ ਜਿਹਦੇ ਬੱਚੇ 5-7 ਬੱਚੇ ਨੇ, ਜਿਹਦੇ ਬੱਚੇ ਜ਼ਿਆਦਾ ਨੇ। ਇਹ ਸਭ ਤੋਂ ਥੱਲੇ ਲੈਵਲ ਦਾ ਬੰਦਾ ਏ, ਸਭ ਤੋਂ ਥੱਲੇ ਲੈਵਲ ਦਾ। ਮੈਂ ਕਿਉਂ ਕਹਿ ਰਿਹਾ? ਇਸ ਬੰਦੇ ਨੂੰ ਬੜੀ ਹੱਦ ਦੀ ਮਿਹਨਤ ਕਰਨੀ ਪੈਣੀ ਹੈ, ਇਹੋ ਜਿਹੀ ਕਿ ਤੁਸੀਂ ਸੋਚ ਨਹੀਂ ਸਕਦੇ। ਇਹ ਤੇ ਆਪਣੇ ਬੱਚਿਆਂ ਦੀ ਤਰਬੀਅਤ ਤੇ ਲੱਗ ਜਾਏ ਨਾ, ਇਹਦੇ ਚਿੱਟੇ ਆ ਜਾਣਗੇ ਇਹਨਾਂ ਦੀ ਤਰਬੀਅਤ ਕਰਦੇ, ਕਿਉਂਕਿ ਬੱਚੇ ਜ਼ਿਆਦਾ ਨੇ, ਜ਼ਿੰਮੇਵਾਰੀਆਂ ਬਹੁਤੀਆਂ ਨੇ। ਆਪਣੇ ਆਪ ਨੂੰ ਕਲਾਮ ਸਮਝਾਣਾ, ਸਿਖਾਣਾ, ਦੱਸਣਾ, ਤਰਬੀਅਤ ਕਰਨਾ, ਇਹਨਾਂ ਸਾਰਿਆਂ ਨੂੰ ਲੈ ਕੇ ਚੱਲਣਾ, ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਖੁਦਾ ਨੂੰ ਪਸੰਦ ਆ ਜਾਣ। ਉਸ ਤੋਂ ਥੋੜਾ ਜਿਹਾ ਉੱਤੇ ਜਾਈਏ, ਉਹ ਬੰਦਾ ਜਿਹੜਾ ਖੁਦਾ ਨੂੰ ਨਹੀਂ ਜਾਣਦਾ ਤੇ ਬੱਚੇ ਘੱਟ ਨੇ, ਇਹ ਉਸ ਤੋਂ ਉਤਲਾ ਲੈਵਲ ਹੈ, ਇਹਦੀ ਜ਼ਿੰਮੇਵਾਰੀ ਘੱਟ ਹੈ, ਇਹ ਉਸ ਤੋਂ ਉਤਲਾ ਲੈਵਲ ਹੈ। ਉਸ ਤੋਂ ਉਤਲਾ ਲੈਵਲ ਇਹ ਵੇ ਕਿ ਇੱਕ ਬੰਦਾ ਜਿਹੜਾ ਖੁਦਾ ਨੂੰ ਜਾਣਦਾ ਏ ਤੇ ਉਹਦੇ ਬੱਚੇ ਥੋੜੇ ਨੇ, 1-2 ਬੱਚੇ ਨੇ, 1-2-3 ਬੱਚੇ ਨੇ। ਉਹ ਉਸ ਤੋਂ ਉਤਲਾ ਲੈਵਲ ਉਹ ਵੇ ਕਿ ਜਿਹੜਾ ਖੁਦਾ ਨੂੰ ਜਾਣਦਾ ਤੇ ਜਿਹਦੇ 1-2 ਬੱਚੇ ਨੇ ਸਿਰਫ। ਇਹ ਉਸ ਤੋਂ ਉਤਲਾ ਲੈਵਲ ਏ ਜਿਹਦੀ ਸ਼ਾਦੀ ਹੋਈ ਹੈ ਤੇ ਬੱਚੇ ਕੋਈ ਨਹੀਂ ਹੈ। ਇਹ ਉਤਲਾ ਲੈਵਲ ਹੈ ਸਰ, ਇਹ ਅੱਛਾ ਲੈਵਲ ਹੈ ਕਿ ਸ਼ਾਦੀ ਹੋਈ ਹੈ ਤੇ ਬੱਚੇ ਕੋਈ ਨਹੀਂ ਹੈ। ਇਹ ਖੁਸ਼ਕਿਸਮਤ ਹੈ। ਪਾਦਰੀ ਅਜੀਬ ਹੀ ਗੱਲਾਂ ਸੁਣਾਏਗਾ ਅੱਜ ਤੁਹਾਨੂੰ। ਜਿਹਦੀ ਸ਼ਾਦੀ ਹੋਈ ਹੈ ਤੇ ਬੱਚੇ ਕੋਈ ਨਹੀਂ, ਉਹ ਖੁਸ਼ਕਿਸਮਤ ਹੈ। ਮੈਂ ਸਾਬਤ ਕਰਾਂਗਾ ਬਾਈਬਲ ਚੋਂ, ਫਿਰ ਜੋ ਤੁਸੀਂ ਕਹਿੰਦੇ ਹੋ ਨਾ ਤੁਸੀਂ ਆਪਣਾ ਵੀ ਸਾਬਤ ਕਰਨਾ ਕਿ ਜਿਹੜੇ ਕਹਿੰਦੇ ਨੇ ਕਿ ਬੱਚੇ ਜ਼ਿਆਦਾ ਹੋਣੇ ਚਾਹੀਏ, ਬੱਚੇ ਜ਼ਿਆਦਾ ਹੋਣਗੇ ਤੇ ਭੈਣਾਂ ਨੂੰ ਭਰਾ ਤੇ ਭਰਾਵਾਂ ਨੂੰ ਭੈਣਾਂ ਮਿਲ ਜਾਣਗੀਆਂ। ਫਿਰ ਕਈ ਐਸੇ ਸਿਆਣੇ ਨੇ ਕਹਿਣਗੇ ਨਹੀਂ ਜੋੜੇ ਕਰ ਵੇ ਜੋੜੇ ਵੇ, 1-2 ਬਸ ਇੰਨਿਆਂ ਦਾ ਕੀ ਕਰਨਾ ਈ, ਮਰਨਾ ਵੀ ਤੇ ਆਵੇ ਕਿਸੇ ਨੇ ਹੋਰ। ਇਹ ਮਰ ਗਿਆ ਤੇ ਫਿਰ ਕੀ ਕਰੇਗਾ? ਮਰ ਜਾਏਗਾ ਤੂੰ ਵੀ। ਹੋਰ ਬੱਚੇ ਹੋਣੇ ਚਾਹੀਦੇ ਨੇ। 2-3 ਮੁੰਡੇ ਨੇ, ਨਹੀਂ ਇੱਕ ਕੁੜੀ ਹੋਣੀ ਚਾਹੀਦੀ, ਉਹ ਇੱਕ ਹੋਰ ਮੁੰਡਾ ਹੁੰਦਾ। ਫਿਰ ਮੂੰਹ ਬਣਾ ਕੇ ਬੈਠ ਜਾਂਦੇ ਨੇ, ਉਹ ਭਾਈ ਨਹੀਂ ਇਹਨਾਂ ਛੱਡ ਤੋ ਗੱਲ, ਜੋੜਾ ਬਣਾ। ਚਰਸੀ ਕਹਿੰਦੇ ਨੇ ਜੋੜਾ ਬਣਾ ਕੇ ਲਿਆ ਵੀ ਪੀਏ, ਇਹਦੇ ਵੀ ਜੋੜੇ ਬਣਦੇ ਪਏ ਨੇ। ਇਹ ਜੀ ਭਰਾ ਦਾ ਭਰਾ, ਹੁਣ ਭੈਣ ਇੱਕ ਹੋਰ ਭੈਣ ਹੋਏ ਤੇ ਫਿਰ ਗੱਲ ਬਣੇਗੀ। ਇਹ ਜੋੜੇ ਬਣਵਾ ਕੇ ਤੇ ਜ਼ਿੰਮੇਵਾਰੀਆਂ ਸਿਰ ਤੇ ਪਾ ਕੇ ਤੇ ਆਪਣੇ ਘਰ ਬਹਿ ਕੇ ਵੇਖਣਗੇ। ਤੇ ਬਾਅਦ ਚ ਹੁੰਦਾ ਕਿ ਇਹ ਜੋੜੇ ਬਣਵਾ ਕੇ ਨਾ, ਸਾਰੇ ਜੋੜੇ ਬਣਵਾ ਕੇ ਫਿਰ ਬਾਅਦ ਚ ਮੈਂ ਐਸੇ ਵੇਖੇ। ਤੁਸੀਂ ਮੈਨੂੰ ਦੱਸੋ, ਤੁਸੀਂ ਅੱਛਾ ਵਿੱਚ ਕਈ ਐਸੇ ਬੈਠੇ ਨੇ ਜਿਨ੍ਹਾਂ ਨੇ ਆਪ ਵੀ ਕਿਹਾ ਤੇ ਕਈ ਐਸੇ ਬੈਠੇ ਨੇ ਜਿਨ੍ਹਾਂ ਨੇ ਸੁਣਿਆ ਤੇ ਜ਼ਰੂਰ ਹੈ, ਜਿਨ੍ਹਾਂ ਨੇ ਨਹੀਂ ਕਿਹਾ। ਇਦੋਂ ਨਾ ਹੀ ਜੰਮਦਾ ਪੁੱਤਰਾ ਤੇ ਚੰਗਾ ਸੀ। ਕਿੰਨੇ ਸੁਣਿਆ ਹੈ ਜਾਂ ਕਿਹਾ ਹੈ, ਇਦੋਂ ਨਾ ਹੁੰਦਾ ਤੇ ਬਿਹਤਰ ਸੀ। ਤੇ ਉਦੋਂ ਮੌਤ ਪੈਂਦੀ ਸੀ ਕਿ ਹੋ ਜਾ ਕਿਸੇ ਤਰੀਕੇ ਹੋ ਸਹੀ, ਭਾਵੇਂ ਫਲਾਣੇ ਕੋਲ ਜਾਈਏ, ਦਰਬਾਰ ਤੇ ਜਾਈਏ, ਸਿਆਣੇ ਕੋਲ ਜਾਈਏ, ਹੋ ਕਿਸੇ ਤਰੀਕੇ। ਸਰ ਤੋਂ ਇੰਜ ਹੋਇਆ। ਹੁਣ ਬਾਅਦ ਚ ਕਹਿੰਦੇ ਨੇ ਕਿਉਂ ਹੋਇਆ ਸੀ ਤੂੰ? ਉਹ ਜਿਹਦੀ ਸ਼ਾਦੀ ਹੋਈ ਤੇ ਔਲਾਦ ਨਹੀਂ ਹੈ, ਉਹ ਸੈਕਿੰਡ ਨੰਬਰ ਤੇ ਆ। ਫਸਟ ਨੰਬਰ ਤੇ ਉਹ ਜਿਹਦੀ ਸ਼ਾਦੀ ਵੀ ਨਹੀਂ ਹੋਈ। ਫਸਟ ਨੰਬਰ ਤੇ ਉਹ ਜਿਹਦੀ ਸ਼ਾਦੀ ਵੀ ਨਹੀਂ ਹੋਈ। ਇਹ ਕਿਉਂ ਹੈ ਇਸ ਤਰ੍ਹਾਂ? ਮੈਂ ਕਿਉਂ ਕਹਿਣ ਡਿਆ ਵਾਂ? ਦੇਖੋ, ਆਪਾਂ ਅਗਰ ਰੂਹਾਨੀ ਚੀਜ਼ਾਂ ਨੂੰ ਨਾ ਸਮਝੇ ਅਸੀਂ ਪ੍ਰੋਬਲਮ 'ਚ ਪਵਾਂਗੇ। ਵਜ੍ਹਾ ਕੀ? ਮੈਂ ਕਿਉਂ ਕਿਹਾ ਕਿ ਜਿੱਦਾਂ ਨਹੀਂ ਹੈ। ਦੇਖੋ ਗੱਲ ਭਲਾ ਕੀ ਹੈ, ਸ਼ੈਤਾਨ ਵੀ ਤਲਕ ਬਣਾਉਂਦਾ ਏ, ਰਿਸ਼ਤਾ ਬਣਾਉਂਦਾ ਏ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਚੀਜ਼ ਪਿੱਛੋਂ ਪਾਸ਼ੇਰੇ ਨੇ ਗੱਲ ਕੀਤੀ, ਬਾਬਾ ਕਾਮਾ ਜਿਹਦੀ ਨਹੀਂ ਹੋਈ, ਫਿਰ ਤਾਂ ਸਭ ਤੋਂ ਵੱਡਾ ਹੋਏ ਨਾ। ਨਹੀਂ, ਉਹ ਨਹੀਂ ਹੈ ਸਰ, ਉਹ ਕਲਾਮ ਨੂੰ ਨਹੀਂ ਜਾਣਦਾ।
ਕਲਾਮ ਨੂੰ ਜਾਣਦਾ ਹੋਏ, ਜਿਹੜਾ ਬਾਪ ਦੇ ਨਾਲ ਵਫਾਦਾਰ ਹੋਏ, ਸਿੱਧੇ ਮਾਨਿਆਂ ਦੇ ਵਿੱਚ ਜਿਹੜਾ ਪਲੂਸ ਰਸੂਲ ਹੈ। ਸਰ ਜਿਹੜਾ ਪਲੂਸ ਹੈ, ਜਿਹਦੀ ਸ਼ਾਦੀ, ਜਿਹਦੇ ਅੰਦਰ ਤੜਪ ਤੇ ਲਗਨ ਹੀ ਇੱਕ ਹੈ ਕਿ ਮੈਂ ਬਾਪ ਨੂੰ ਜਾਣ ਲਵਾਂ, ਮੈਂ ਖੁਦਾ ਨੂੰ ਜਾਣ ਲਾਂ, ਮੈਂ ਉਹਦੀ ਫਿਕਰ ਕਰ ਲਾਂ, ਮੈਂ ਉਹਦੇ ਵਾਸਤੇ ਜ਼ਿੰਦਗੀ ਗੁਜ਼ਾਰਾਂ, ਮੈਂ ਉਹਦੀ ਗੱਲ ਕਰ ਰਿਹਾ। ਸਰ ਮੈਂ ਤੁਹਾਡੇ ਤੇ ਮੇਰੇ ਮੁਨੱਜੀ ਸ਼ਾਫੀ ਦੀ ਗੱਲ ਕਰ ਰਿਹਾ, ਯਿਸੂ ਮਸੀਹ ਦੀ ਗੱਲ ਕਰ ਰਿਹਾ, ਜਿਹੜਾ ਆਇਆ, ਜਿਨਨੇ ਨਹੀਂ ਗੁਜ਼ਾਰੀ ਉਹ ਵਾਲੀ ਜ਼ਿੰਦਗੀ ਜਿਹੜੀ ਅਸੀਂ ਚਾਹੁੰਦੇ ਸੀ ਤੇ ਬਾਪ ਦਾ ਵਫਾਦਾਰ ਹੋ ਕੇ ਗਏ। ਮੈਂ ਉਹਦੀ ਗੱਲ ਕਰ ਰਿਹਾ ਵਾਂ, ਮੈਂ ਉਹਨਾਂ ਦੀ ਗੱਲ ਕਰ ਰਿਹਾ ਵਾਂ ਜਿਹੜੇ ਆਏ ਤੇ ਜਿਨ੍ਹਾਂ ਨੇ ਪਾਕ ਰਹਿ ਕੇ, ਜਿਨ੍ਹਾਂ ਨੇ ਔਰਤ ਦੇ ਨਾਲ ਆਪਣੇ ਆਪ ਨੂੰ ਨਹੀਂ ਰੱਖਿਆ, ਪਾਕ ਰਹਿ ਕੇ ਜ਼ਿੰਦਗੀ ਗੁਜ਼ਾਰੀ, ਮੈਂ ਉਹਨਾਂ ਦੀ ਗੱਲ ਕਰ ਰਿਹਾ ਵਾਂ। ਉਹ ਆਏ, ਉਹਨਾਂ ਨੇ ਹਮੇਸ਼ਾ ਬਾਪ ਦੀ ਮਰਜ਼ੀ ਨੂੰ ਵੇਖਿਆ ਤੇ ਬਾਪ ਦੀ ਮਰਜ਼ੀ ਨੂੰ ਵੇਖ ਕੇ ਉਹਨੂੰ ਪੂਰਾ ਕਰਦੇ ਗਏ ਨੇ। ਸਰ ਇਹ ਕੁਰਬਾਨੀ ਸੀ। ਜਿਨ੍ਹਾਂ ਦੀ ਸ਼ਾਦੀ ਹੋਈ ਹੈ, ਔਲਾਦ ਨਹੀਂ ਹੈ, ਉਹ ਔਲਾਦ ਵਾਸਤੇ ਫਿਕਰ ਨਾ ਕਰਨ ਕਿ ਸਾਡੀ ਔਲਾਦ। ਅੱਛਾ ਹੁਣ ਪ੍ਰੋਬਲਮ ਇੱਕ ਹੋਰ ਵੀ ਹੈ ਨਾ, ਉਹ ਰੋਲਾ ਸਿਰਫ ਉਹਨਾਂ ਦੂ ਨੂੰ ਨਹੀਂ ਹੈ, ਉਹ ਰੋਲਾ ਚੁੱਕਣ ਚਾਹਣ ਵਾਲਿਆਂ ਨੂੰ ਬੜਾ ਹੈਗਾ। ਕਿਤੇ ਕੋ ਫੁੱਫੀਆਂ, ਕਿਤੇ ਕੋ ਤਾਈਆਂ, ਕਿਤੇ ਕੋ ਫਲਾਣੀਆਂ, ਇੰਨੀ ਦੇਰ ਹੋ ਗਈ ਹੈ। ਇਹਨਾਂ ਤੁਹਾਨੂੰ ਬਾਅਦ ਚੋਂ ਵੇਖਣਾ ਵੀ ਪਸੰਦ ਨਹੀਂ ਕਰਦੇ ਉਹਨੂੰ। ਇੱਕ ਕਹਿੰਦੇ ਦਫਾ ਉਪਰਾਂ, ਇੱਕ ਵਾਰੀ ਕਹਿ ਕੇ ਨਹੀਂ ਪੁੱਤਰਾ ਤੂੰ ਕਰ, ਨਹੀਂ 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 ਨਹੀਂ, ਕਰਦੇ ਕਰਦੇ ਸਾਰਾ ਕੰਮ ਹੀ ਖਰਾਬ। ਜ਼ਿੰਮੇਦਾਰੀਆਂ ਨੂੰ ਲੋਕਾਂ ਨੇ ਨਹੀਂ ਸਮਝਿਆ। ਮੈਨੂੰ ਪਤਾ ਹੋਏ ਇਸ ਗੱਲ ਦਾ ਕਿ ਮੈਂ ਮਸੀਹ ਨੂੰ ਜਾਣਨਾ ਹੈ, ਮੈਨੂੰ ਪਤਾ ਹੋਏ ਇਸ ਗੱਲ ਦਾ ਕਿ ਕਲਾਮ ਦੇ ਵਿੱਚ ਰਹਿ ਕੇ ਚੱਲਾਂਗਾ, ਆਪਣੇ ਬੱਚਿਆਂ ਦੀ ਤਰਬੀਅਤ ਕਲਾਮ ਦੇ ਰਾਹ ਤੇ ਕਰਾਂ, ਉਹ ਮੇਰੀ ਜ਼ਿੰਮੇਦਾਰੀ ਏ। ਮੈਂ ਅਗਰ ਜ਼ਿੰਮੇਦਾਰੀ ਨੂੰ ਪੂਰਾ ਨਹੀਂ ਕੀਤਾ ਤੇ ਮੈਂ ਫੜਿਆ ਵੀ ਜਾਣਾ ਹੈ। ਇਸ ਗੱਲ ਨੂੰ ਯਾਦ ਰੱਖਣਾ। ਕਲਾਮ ਚ ਲਿਖਿਆ ਕਿ ਆਪਣੇ ਬੱਚਿਆਂ ਦੀ ਉਸ ਰਾਹ ਤੇ ਤਰਬੀਅਤ ਕਰ ਜਿਹੜੇ ਰਾਹ ਤੇ ਇਹਨਾਂ ਨੇ ਜਾਣਾ। ਆਪਾਂ ਕਿੱਥੇ ਕੀਤੀ ਵੱਡਿਓ? ਆਪਾਂ ਕਿੱਥੇ ਤਰਬੀਅਤ ਕੀਤੀ? ਕਲਾਮ ਦੇ ਮੁਤਾਬਕ। ਕਲਾਮ ਦੇ ਮੁਤਾਬਕ ਤੇ ਤਰਬੀਅਤ ਉਹ ਕਰੇਗਾ ਨਾ ਜਿਹਨੂੰ ਕਲਾਮ ਦਾ ਪਤਾ ਹੋਏਗਾ, ਤੇ ਜਿਹਨੂੰ ਕਲਾਮ ਦਾ ਪਤਾ ਹੀ ਨਹੀਂ ਉਹਨੇ ਤਗਾਣੇ ਕਰਨੀ ਹੈ ਤਰਬੀਅਤ। ਉਹਨੂੰ ਆਪ ਹੀ ਨਹੀਂ ਪਤਾ ਉਹਨੇ ਕੀ ਕਲਾਮ ਸਹਾਣਾ, ਕੀ ਦਵਾ ਕਰਾਣੀ ਹੈ, ਕੀ ਕਹਿਣਾ ਹੈ। ਉਹ ਆਪ ਕਰੇਗਾ ਤੇ ਬੱਚੇ ਵੇਖ ਕੇ ਕਰਨਗੇ ਨਾ। ਉਹ ਆਪ ਤੇ ਕਰਦਾ ਨਹੀਂ ਹੈ, ਤੇ ਜੇ ਉਹ ਆਪ ਨਹੀਂ ਕਰਦਾ ਤੇ ਬੱਚਿਆਂ ਕਿੱਥੋਂ ਕਰਨੀ ਹੈ? ਇਸ ਤੋਂ ਯਾਦ ਰੱਖਣਾ, ਸ਼ਾਦੀ ਹੋਣ ਤੋਂ ਬਾਅਦ ਬੱਚਿਆਂ ਵਾਸਤੇ ਦੁਆ ਨਾ ਕਰਿਆ ਕਰੋ। ਸ਼ਾਦੀ ਹੋਣ ਤੋਂ ਬਾਅਦ ਇਹ ਦੁਆ ਕਰਿਆ ਕਰੋ ਕਿ ਖੁਦਾਇਆ ਜਦੋਂ ਸਾਡੀ ਔਲਾਦ ਪੈਦਾ ਹੋਏ ਉਹ ਕੋਈ ਤੇਰਾ ਸੂਰਮਾ ਪੈਦਾ ਹੋਏ। ਉਹ ਸੂਰਮਾ ਨਾ ਹੋਏ ਜਿਹਨੂੰ ਸ਼ੈਤਾਨ ਨੇ ਆਪਣੀ ਅੱਖ 'ਚ ਪਾਇਆ ਹੋਏ। ਸਰ ਜੇ ਖੁਦਾ ਕਹਿੰਦਾ ਕਿ ਤੂੰ ਜੰਮਣ ਤੋਂ ਪਹਿਲੇ ਹੀ ਮੇਰਾ ਏ ਤੇ ਸ਼ੈਤਾਨ ਜੰਮਣ ਤੋਂ ਪਹਿਲੇ ਆਪਣਾ ਨਹੀਂ ਬਣਾ ਸਕਦਾ। ਤੁਹਾਨੂੰ ਪਤਾ ਹੋਏ ਇਸ ਗੱਲ ਤੇ ਕਿ ਨਹੀਂ ਖੁਦਾਇਆ ਮੇਰੇ ਸੁਲਬ ਤੋਂ ਜਿਹੜੀ ਔਲਾਦ ਪੈਦਾ ਹੋਏ ਉਹ ਨਬੀ ਹੋਏ, ਉਹ ਰਸੂਲ ਹੋਏ, ਉਹ ਤੇਰਾ ਜਾਣਨ ਵਾਲਾ ਹੋਏ, ਉਹ ਹੋਲੀ ਗੋਸਟ ਫਾਇਰ ਵਾਲਾ ਹੋਏ। ਇਹ ਜ਼ਿੰਮੇਦਾਰੀ ਸੀ ਮੇਰੀ। ਲੋਕਾਂ ਨੇ ਉਸ ਪਾਸੇ ਨਹੀਂ ਆਪਣੇ ਆਪ ਨੂੰ ਤਿਆਰ ਕੀਤਾ। ਲੋਕਾਂ ਨੇ ਲੋਕਾਂ ਵਰਗੇ ਬਣੇ। ਨਹੀਂ ਵੇਖੋ ਜੀ ਵੇ ਤੇਰੇ ਤੋਂ ਬਾਅਦ ਆਏ ਨੇ ਤੇ ਉਵੇਂ ਉਹਨਾਂ ਦੇ ਵੇ, ਉਹਨਾਂ ਦੇ ਵੇਖ 5 ਨੇ ਤੇ ਤੇਰਾ ਇੱਕ ਵੀ ਨਹੀਂ। ਇਸ ਤੋਂ ਭਾਜੀ ਛੱਡ ਦਿਓ ਇਸ ਗੱਲ ਨੂੰ। ਖੁਸ਼ਕਿਸਮਤ ਨੇ, ਮੈਂ ਖੁਦਾ ਜਾਣਦਾ ਜੇ, ਮੈਂ ਕਹਿੰਦਾ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਦੀ ਔਲਾਦ ਨਹੀਂ ਹੈ। ਪਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ। ਜਿਨ੍ਹਾਂ ਦੀ ਔਲਾਦ ਨਹੀਂ ਹੈ ਸਰ, ਚਲੋ ਮੈਂ ਬਾਈਬਲ ਜੋ ਤੁਹਾਨੂੰ ਸਮਝਾਣਾ। ਤੁਸੀਂ ਯਰਮੀਆ ਚ ਆਓ ਮੇਰੇ ਨਾਲ। ਯਰਮੀਆ 16 ਬਾਬ ਉਹਦੀ ਪਹਿਲੀ आयत। इसलिए है कि खुदा उनका कलाम मुझ पर नाज़िल हुआ और उसने फरमाया कि तू बीवी ना करना, इस जगह तेरे हाँ बेटे बेटियां ना हो, क्योंकि खुदावंद उन बेटों और बेटियों की बाबत जो इस जगह पैदा हुए हैं और उनकी माओं की बाबत जिन्होंने उनको वलादत दी और उनके बापों की बाबत जिनसे वो पैदा हुए, यूं फरमाता है कि वो बुरी मौत मरेंगे, ना उन पर कोई मातम करेगा और ना वो दफन किए जाएंगे। सर उस जगह ਨੂੰ खुदा ने तबाह करना सी ਤੇ ਯਰਮੀਆ ਨੂੰ खुदा ने ਕਿਹਾ ਸੀ ਕਿ ਤੂੰ ਨਾ ਬੀਵੀ ਕਰੀ ਤੇ ਨਾ ਤੇਰੇ ਬੱਚੇ ਹੋਣ। ਕਿਉਂ? ਕਿਉਂਕਿ ਮੈਂ ਇਸ ਜਗ੍ਹਾ ਨੂੰ ਤਬਾਹ ਕਰਨਾ ਹੈ। ਤੁਸੀਂ ਮੈਨੂੰ ਦੱਸੋ ਜਿਹੜੀ ਦੁਨੀਆ ਤੇ ਤੁਸੀਂ ਹੋਣ,
ਇਹ ਤਬਾਹੀ ਦੇ ਕਲੋਜ਼ ਹੈ, ਇਹ ਤਬਾਹੀ ਦੇ ਬਿਲਕੁਲ ਲਾਗੇ ਆ, ਇਹ ਖਤਮ ਹੋਣ ਵਾਲੀ ਹੈ। ਤੇ ਲੋਕਾਂ ਨੇ ਖੁਦਾ ਦੇ ਵੱਲ ਭੱਜਣ ਦੀ ਸੋਚ ਨੂੰ ਤਰਕ ਕਰਕੇ ਬੱਚੇ ਪੈਦਾ ਕਰਨ ਦੀ ਸੋਚ ਤੇ ਉਹਨਾਂ ਨੂੰ ਪੜ੍ਹਾਉਣ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਤੇ ਧਿਆਨ ਜ਼ਿਆਦਾ ਲਾਇਆ ਏ, ਖੁਦਾ ਨੂੰ ਛੱਡ ਕੇ। ਇਸ ਦੁਨੀਆ ਦੇ ਵਿੱਚ ਜੋ ਹਾਲਾਤ ਨੇ, ਜਿਹੜੇ ਲੋਕ ਦੁਨੀਆ 'ਚ, ਅੱਛਾ ਇਹ ਤੇ ਆ ਗਿਆ ਪੁਰਾਣਾ। ਮੈਨੂੰ ਦੱਸੋ ਨਵੇਂ ਏਧਨਾਮੇ ਦੇ ਵਿੱਚ ਕੋਈ ਐਸਾ ਹਵਾਲਾ, ਕੋਈ ਐਸੀ ਗੱਲ ਯਿਸੂ ਮਸੀਹ ਦੇ ਆਉਣ ਤੋਂ ਬਾਅਦ ਹੋਈ ਹੋਏ ਜਿਹਦੇ ਵਿੱਚ ਲਹੀਚਾ ਹੋਏ ਕਿ ਤੇਰੇ ਬੱਚੇ ਜਿਹੜੇ ਨੇ ਉਹ ਵਧਣ, ਤੂੰ ਵਧੇ, ਤੇਰੀ ਔਲਾਦ ਹੋਏ, ਤੂੰ ਵੱਧਦਾ ਜਾਏ। ਇਹਦੇ ਪੁਰਾਣੇ ਏਧਨਾਮੇ ਦੀਆਂ ਗੱਲਾਂ ਸੀ ਨਾ। ਨਵੇਂ ਏਧਨਾਮੇ 'ਚ ਯਿਸੂ ਨੇ ਜਾਂ ਰਸੂਲਾਂ ਨੇ ਕੋਈ ਇਹੋ ਜਿਹੀ ਤਾਲੀਮ ਦਿੱਤੀ? ਹਾਂ, ਰਸੂਲਾਂ ਨੇ ਇੱਕ ਤਾਲੀਮ ਦਿੱਤੀ ਸੀ। ਉਹਨਾਂ ਨੇ ਕਿਹਾ, ਪਲੂਸ ਰਸੂਲ ਨੇ ਕਿਹਾ, ਮੇਰੇ ਅਰਗੇ ਰਵੋ, ਜਿਸ ਦਾ ਮੈਂ ਵਾਂ ਉਹੋ ਜਿਹੇ ਬਣੋ। ਮੈਂ ਕੀ ਆ, ਮੈਂ ਸ਼ਾਦੀ ਨਹੀਂ ਕੀਤੀ, ਤੁਸੀਂ ਵੀ ਨਾ ਕਰੋ। ਹੁਣ ਸ਼ਾਦੀ ਨਹੀਂ ਕਰੋਗੇ ਤੇ ਬੱਚੇ ਤੇ ਬੜੀ ਦੂਰ ਦੀ ਕਹਾਣੀ ਹੈ। ਇੱਥੇ ਵਾਹ ਤੇ ਪਿਆ ਹੁੰਦਾ ਕਿ ਬੱਚੇ ਹੋਣ, ਸ਼ਾਦੀ ਹੋਏ, ਬੱਚੇ ਹੋਣ। ਉਹ ਹੋਏਗੀ ਤੇ ਨਾ ਰਹੇਗਾ, ਨਹੀਂ ਨਾ ਰੱਖ ਕੇ ਕੀ ਕਰਨਾ ਜੀ, ਆਪਣਾ ਨਾ ਰਹੇਗਾ, ਤੁਹਾਨੂੰ ਉਹਦਾ ਅਜਰ ਅਸਮਾਨ ਤੇ ਜਾਂਦਾ ਰਹੇਗਾ। ਨਾ ਪਿਆ ਥੱਲੇ ਸਰ, ਤਬਾਹ ਹੋਣਾ ਨਾ ਤੁਹਾਡਾ ਇੱਥੇ ਨਾ ਹੋਏ ਸਰ। ਜਿਹੋ ਜਿਹੇ ਹਾਲਾਤ ਨੇ ਨਾ ਹੋਏ, ਨਾ ਹੋਏ। ਉਹ ਸਰ ਜੀ ਆਪ ਬਚ ਗਏ, ਆਪ ਬਚ ਗਏ, ਇਸ ਤਰ੍ਹਾਂ ਬਚ ਗਏ। ਤੇ ਇਸ ਤਰ੍ਹਾਂ ਖੁਦਾ ਦੇ ਵਿੱਚ ਰਹੀਏ। ਜਿਨ੍ਹਾਂ ਦੀਆਂ ਸ਼ਾਦੀਆਂ ਨਹੀਂ ਵੀ ਹੋਈਆਂ ਨਾ, ਉਹ ਇਹ ਦੁਆ ਕਰਿਆ ਕਰਨ ਕਿ ਖੁਦਾ ਮੈਨੂੰ ਆਪਣੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਦਾ ਬਣਾ ਕਿ ਜੇ ਤੇਰੀ ਮਰਜ਼ੀ ਹੋਈ ਤੇ ਮੈਂ ਕੱਲ ਨੂੰ ਸ਼ਾਦੀ ਕੀਤੀ ਤੇ ਜਿਹੜੀ ਔਲਾਦ ਮੇਰੀ ਹੋਏ ਉਹ ਸੂਰਮੇ ਹੋਣ, ਜਿਹੜੇ ਤੇਰੇ ਵਾਸਤੇ ਇਸਤੇਮਾਲ ਹੋਣ। ਉਹ ਜਿਹੜੀ ਔਲਾਦ ਹੋਏ ਉਹ ਤੇਰੀ ਫਰਮਾ ਬਰਦਾਰ ਹੋਏ, ਉਹ ਤੇਰੇ ਨਾਂ ਨੂੰ ਉੱਚਾ ਕਰਨ ਵਾਲੀ ਹੋਏ। ਤੇ ਮੈਂ ਚੂੰਕਿ ਰੂਹ ਕੁਦਸ ਦੀ ਅੱਗ 'ਚ ਰਹਿਣ ਵਾਲਾ ਵਾ, ਮੈਂ ਕਿਉਂਕਿ ਤੇਰੀ ਵਫਾਦਾਰੀ 'ਚ ਰਹਿਣ ਵਾਲਾ ਵਾ, ਤੇ ਮੈਨੂੰ ਪਤਾ ਹੈ ਕਿ ਵਫਾਦਾਰੀ ਦਾ ਜਿਹੜਾ ਸਿਲਾ ਹੈ ਉਹ ਨਸਲਾਂ 'ਚ ਜਾਂਦਾ। ਤੇ ਮੇਰੀ ਵਫਾਦਾਰੀ ਮੇਰੇ ਬੱਚਿਆਂ ਦੇ ਉੱਤੇ ਨਜ਼ਰ ਆਏ, ਮੇਰੀ ਖਿਦਮਤ ਬੱਚਿਆਂ ਤੇ ਨਜ਼ਰ ਆਏ। ਮੈਂ ਜਦੋਂ ਜ਼ਿੰਦਗੀ ਗੁਜ਼ਾਰਾਂ ਤੇ ਮੇਰੇ ਬੱਚੇ ਜਿਹੜੇ ਹੋਣ ਉਹ ਤੇਰੇ ਵਫਾਦਾਰ ਹੋਣ, ਪਹਿਲੇ ਦਿਨ ਤੋਂ ਹੀ ਤੇਰੇ ਵਫਾਦਾਰ ਹੋਣ। ਪਰ ਇੱਥੇ ਪ੍ਰੋਬਲਮ ਐਵੇਂ, ਸਿਰਫ ਸ਼ਾਦੀ ਦੀ ਪਰਵਾਹ, ਫਲਾਣੇ ਦੀ ਹੋਗੀ, ਮੇਰੀ ਕਿਉਂ ਨਹੀਂ ਹੁੰਦੀ ਪਈ, ਮੇਰੀ ਹੋਏ। ਕਰਨਾ ਕੀ ਹੈ? ਕਰਨਾ ਪਹਿਲਾਂ ਤਮੁਥੀयुस 2 बाब 13 आयत तो पढ़ने आप। क्योंकि पहले आदम बनाया गया, उसके बाद हवा, और आदम ने फरेब नहीं खाया बल्कि औरत फरेब खाकर गुनाह में पड़ गई। अगली गल, लेकिन औलाद होने से नजात पाएगी। औरत की करेगी, औलाद होएगी ਉਹਦੇ ਤੋਂ ਤੇ ਫਿਰ ਉਹ ਕੀ ਕਰੇਗੀ? ਉਹ ਨਜਾਤ ਪਾਏਗੀ। ਜਿਹੜੀ ਸ਼ਾਦੀशुदा औरत ਹੈ ਉਹਦੇ ਬਾਰੇ ਗੱਲ ਹੈ ਕਿ औलाद ਹੋਣ ਦੀ ਵਜ੍ਹਾ ਤੋਂ ਜਿਹੜੀ ਹੈ ਨਾ ਉਹ ਨਜਾਤ ਪਾਏਗੀ। अगली गल लिखा है कि बशर्ते वो ईमान और मोहब्बत और पकीजगी में परहेजगारी के साथ कायम रहें। ਉਹਦੇ ਬੱਚੇ ਜਿਹੜੀ औलाद ਉਹਦੇ ਚ ਹੋਵੇ, ਉਹ ਔਰਤ ਜਿਹੜੀ औलाद ਹੋਣ ਦੀ ਵਜ੍ਹਾ ਤੋਂ ਨਜਾਤ ਪਾਏਗੀ, ਉਹਦੀ ਕੰਡੀਸ਼ਨ ਹੈ, ਉਹਦੀ ਸ਼ਰਤ ਹੈ। ਉਹ ਸ਼ਰਤ ਕੀ ਹੈ कि ਉਹਦੇ ਬੱਚੇ ਨੇ ਜਿਹੜੇ ਉਹਨਾਂ ਦੇ ਬਾਰੇ ਗੱਲ ਹਿੱਚੀ ਹੈ कि बशर्ते वो ईमान और मोहब्बत और पकीजगी में परहेजगारी के साथ कायम रहें। ਉਹ पकीजगी ਚ ਚੱਲਣ ਵਾਲੇ ਹੋਣ, ਉਹ ਵਫਾਦਾਰੀ ਚ ਰਹਿਣ, ਉਹ ਪਰਹੇਜ਼ਗਾਰੀ ਚ ਰਹਿਣ, ਉਹ ਤਾਬੇਦਾਰੀ ਚ ਰਹਿਣ। ਸ਼ਰਤ ਐਵੇਂ ਕਿ ਜਿਹਦੀ ਸ਼ਾਦੀ ਹੋਈ ਹੈ, ਜਿਹੜੀ ਔਰਤ ਹੈ, ਉਹਦੇ ਬੱਚੇ ਹੋਣ ਤੇ ਉਹ ਰਾਸਤਬਾਜ਼ੀ ਦੇ ਵਿੱਚ ਅੱਗੇ ਹੋਣ, ਉਹ ਤਾਬੇਦਾਰੀ ਚ ਅੱਗੇ ਹੋਣ, ਉਹ ਪਕੀਜ਼ਗੀ ਦੇ ਵਿੱਚ ਵੱਧ ਚੜ ਕੇ ਹੋਣ। ਉਹ ਕਦੋਂ ਹੋਣਗੇ? ਜਦੋਂ ਮਾਂ ਪਿਓ ਨੇ ਉਹਦੀ ਤਰਬੀਅਤ ਕੀਤੀ ਹੋਏਗੀ ਉਸ ਰਾਹ ਤੇ ਜੇ ਮਾਂ ਪਿਓ ਨੂੰ ਤਰਬੀਅਤ ਦਾ ਪਤਾ ਨਹੀਂ ਹੋਏਗਾ, ਨਾ ਤਰਬੀਅਤ ਕੀ ਕਰਨੀ ਹੈ ਸਰ? ਕਿਹੜੀ ਤਰਬੀਅਤ ਕਰਨੀ ਹੈ? ਇਸ ਤੋਂ ਜਿਨ੍ਹਾਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਉਹ ਕੋਸ਼ਿਸ਼ ਨਾ ਕਰਨ ਕਿ ਹੋਏ। ਦੁਆਵਾਂ ਨਾ ਕਹੋ ਖੁਦਾਇਆ ਮੇਰੀ ਵੀ ਹੋਏ। ਉਹ ਦੁਆ ਕਰਨ ਕਿ ਮੈਨੂੰ ਖੁਦਾ ਮਿਲ ਜਾਏ, ਮੈਂ ਉਹਨੂੰ ਪਸੰਦ ਆ ਜਾਵਾਂ, ਮੇਰੇ ਅੰਦਰ ਕੋਈ ਗੰਦ ਨਾ ਹੋਏ ਜਿਹੜਾ
ਉਹਨੂੰ ਭੈੜਾ ਲੱਗੇ, ਮੈਂ ਇਹੋ ਜਿਹਾ ਹੋਵਾਂ। ਭੈਣਾਂ ਵਾਸਤੇ ਵੀ ਇਹੀ ਗੱਲ ਹੈ ਕਿ ਉਹ ਖੁਦਾ ਦੇ ਨਾਲ ਤਲਕ ਬਣਾਉਣ। ਅੱਜ ਉਹ ਖੁਦਾ ਦੇ ਨਾਲ ਤਲਕ ਬਣਾ ਲੈਣਗੇ, ਕੱਲ ਨੂੰ ਜਦੋਂ ਸ਼ਾਦੀ ਹੋਏਗੀ ਜਿਹੜੇ ਘਰ 'ਚ ਜਾਣਗੇ ਉਹਨਾਂ ਘਰਾਨਿਆਂ ਵਾਸਤੇ ਉਹ ਬਰਕਤ ਦਾ ਤੇ ਇੱਜ਼ਤ ਦਾ ਵਸੀਲਾ ਬਣ ਜਾਣਗੇ। ਤੇ ਜੇ ਉਹ ਨਾ ਹੋਣਗੇ ਤੇ ਫਿਰ ਆਪਣੀ ਵੀ ਤਬਾਹੀ ਤੇ ਆਉਣ ਵਾਲੀ ਨਸਲ ਦੀ ਵੀ ਤਬਾਹੀ ਤੇ ਅੱਗੇ ਜਾ ਕੇ ਵੀ ਤਬਾਹੀ ਹੈ। ਔਲਾਦ ਹੋਣ ਦੇ ਨਾਲ ਨਹੀਂ ਚਾਹੇ ਬਸ਼ਰਤੇ ਕਿ ਉਹ ਪਕੀਜ਼ਗੀ 'ਚ ਪਰਹੇਜ਼ਗਾਰੀ ਦੇ ਵਿੱਚ ਉਹ ਅੱਗੇ ਹੋਣ, ਉਹ ਚੀਜ਼ਾਂ ਹੋਣਗੀਆਂ ਤੇ ਫਿਰ ਉਹ ਕਾਇਮ ਰਹਿਣਗੇ, ਉਹ ਨਜਾਤ ਪਾਏਗੀ। ਤੇ ਜੇ ਉਹ ਤਰਬੀਅਤ ਨਾ ਕਰ ਸਕੀ ਤੇ ਇਹ ਚੀਜ਼ਾਂ ਵਬਾਲੇ ਜਾਨ ਬਣਨਗੀਆਂ, ਬਾਦਸ਼ਾਹੀ ਚੋਂ ਬਾਹਰ ਕਢਾ ਸਕਦੀਆਂ ਉਹਨਾਂ ਨੂੰ। ਇਸੋ ਜ਼ਿੰਦਗੀ ਸੋਚ ਸਮਝ ਕੇ ਗੁਜ਼ਾਰੋ। ਇਹ ਸਾਰੀਆਂ ਕੁਰਬਾਨੀ ਦਾ ਹਿੱਸਾ ਨੇ ਕਿ ਮੈਂ ਆਪਣੀਆਂ ਅੱਖਾਂ ਨੂੰ ਕੰਟਰੋਲ 'ਚ ਰੱਖਣਾ ਹੈ, ਮੈਂ ਆਪਣੇ ਮੂੰਹ ਨੂੰ ਕੰਟਰੋਲ 'ਚ ਰੱਖਣਾ ਹੈ, ਮੈਂ ਆਪਣੇ ਪੈਰਾਂ ਨੂੰ ਤੇ ਹੱਥਾਂ ਨੂੰ ਕੰਟਰੋਲ 'ਚ ਰੱਖਣਾ ਹੈ ਤੇ ਮੈਂ ਦੂਰੀ ਬਰਕਰਾਰ ਰੱਖਣੀ ਹੈ। ਮੈਂ ਉਹਨਾਂ ਚੀਜ਼ਾਂ 'ਚ ਨਹੀਂ ਪੈਣਾ ਜਿੱਧਰ ਜਾਣ ਦੇ ਨਾਲ ਮੇਰੇ ਨਾਲ ਪ੍ਰੋਬਲਮ ਹੁੰਦੀ ਗਈ। ਸ਼ੈਤਾਨ ਕੀ ਹੈ? ਸ਼ੈਤਾਨ ਤੇ ਖੁੱਲਾ ਫੇਰ ਰਿਹਾ ਨਾ ਹਰ ਜਗ੍ਹਾ ਤੇ ਵੀ। ਉਹਨੇ ਵਰਗਲਾਣਾ ਹੈ, ਉਹਨੇ ਲੋਕਾਂ ਨੂੰ ਆਪਰੇਟ ਕਰਨਾ ਹੈ, ਲੋਕਾਂ ਦੇ ਦਿਮਾਗਾਂ ਨੂੰ ਕਮਾਣਾ ਹੈ। ਉਹ ਸਾਰਾ ਕੁਝ ਗਲਤ ਕਰੇਗਾ। ਮੈਂ ਅਲਰਟ ਰਵਾਂ, ਮੈਂ ਪ੍ਰੇਅਰਫੁਲ ਰਵਾਂ, ਮੈਂ ਦੁਆ 'ਚ ਰਵਾਂ, ਮੈਂ ਖੁਦਾ ਦੇ ਨਾਲ ਤਲਕ ਬਣਾਵਾਂ, ਮੈਂ ਆਪਣੀ ਪ੍ਰੇਅਰ ਨੂੰ ਸਟਰੋਂਗ ਕਰਾਂ। ਮੈਂ ਸ਼ਾਦੀ ਬਾਰੇ ਨਾ ਸੋਚਾਂ, ਮੇਰੇ ਰਿਸ਼ਤੇ ਨੂੰ ਜਿੰਨੇ ਮਜ਼ਬੂਤ ਬਣਾਉਣਾ ਹੈ, ਜਿੰਨੇ ਚਲਾਣਾ, ਮੈਂ ਉਹਦੇ ਬਾਰੇ ਸੋਚਾਂ। ਮੈਂ ਗੰਦ 'ਚੋਂ ਬਾਹਰ ਨਿਕਲਾਂ, ਮੈਂ ਬਦੀਆਂ 'ਚੋਂ ਬਾਹਰ ਨਿਕਲਾਂ। ਮੈਂ ਬੁਰੀਆਂ ਚੀਜ਼ਾਂ 'ਚ ਪੈ ਗਿਆ, ਮੈਂ ਇਬਲੀਸ ਦੇ ਹੱਥਾਂ 'ਚ ਚਲਾ ਗਿਆ, ਮੈਂ ਖੁਦਾ ਤੋਂ ਦੂਰ ਰਵਾਂਗਾ ਤੇ ਇਹੀ ਮੌਤ ਹੈ। ਮੈਨੂੰ ਪਤਾ ਹੈ ਮੇਰੇ ਅੰਦਰ ਕੋਈ ਗੰਦ ਹੈ, ਮੈਂ ਉਹਦੇ ਖਿਲਾਫ ਫਾਈਟ ਕਰਾਂ, ਮੈਂ ਉਸ ਗੰਦ ਨੂੰ ਆਪਣੀ ਜ਼ਿੰਦਗੀ 'ਚੋਂ ਕੱਢਾਂ। ਮੈਨੂੰ ਪਤਾ ਹਰਾਮਕਾਰੀ ਗੇ, ਮੈਨੂੰ ਪਤਾ ਬਦੀ ਗੇ, ਮੈਨੂੰ ਪਤਾ ਹੈ ਜਦੋਂ ਮੈਂ ਮੋਬਾਈਲ ਚਲਾਣਾ ਤੇ ਹੱਥ ਕਿਸੇ ਹੋਰ ਪਾਸੇ ਜਾਂਦੇ ਨੇ, ਮੈਨੂੰ ਪਤਾ ਹੈ ਬੁਰੀਆਂ ਆਦਤਾਂ ਨੇ ਮੇਰੇ ਅੰਦਰ, ਮੈਨੂੰ ਪਤਾ ਹੈ ਗੈਦਰਿੰਗ ਦੇ ਵਿੱਚ ਜਾਣ ਦੇ ਨਾਲ ਇਬਲੀਸ ਮੇਰੇ ਦਿਮਾਗ ਨੂੰ ਕਮਾਉਂਦਾ ਏ। ਤੇ ਯਾਦ ਰੱਖਣਾ, ਜਿੱਥੇ ਇਕੱਠੇ ਹੋਵੋਗੇ ਉੱਥੇ ਪ੍ਰੋਬਲਮ ਹੋਏਗੀ ਤੇ ਮੈਨੂੰ ਜ਼ਰੂਰਤ ਹੀ ਨਹੀਂ ਹੈ ਇਕੱਠੇ ਹੋਣ ਦੀ। ਮੈਂ ਅਲੱਗ ਚੰਗਾ ਵਾ, ਮੈਂ ਖੁਦਾ ਦੇ ਨਾਲ ਬੈਠਾ ਚੰਗਾ ਵਾ। ਇਸ ਤੋਂ ਅਲੱਗ ਰਵੋ ਤੇ ਖੁਦਾ ਨੂੰ ਪਸੰਦ ਆਉਣ ਦੀ ਕੋਸ਼ਿਸ਼ ਕਰੋ। ਹਾਲੇਲੂਇਆ। ਇਹ ਖੁਦਾ ਦੀ ਆਵਾਜ਼ ਹੈ ਕਿ ਅਸੀਂ ਉਹਦੇ ਡਰ ਤੇ ਖੌਫ 'ਚ ਰਹੀਏ। ਉਹ ਵਫਾਦਾਰ ਏ, ਪਰ ਜਿੱਥੇ ਕਾਨੂੰਨ ਟੁੱਟਦਾ ਏ ਉਹ ਕਿਸੇ ਨੂੰ ਮਾਫੀ ਨਹੀਂ ਦਿੰਦਾ। ਸਾਊਲ ਬਾਦਸ਼ਾਹ ਨੂੰ ਕਿਹਾ ਕਿ ਜਾ ਕੇ ਅਮਾਲੀਕੀਆਂ ਨੂੰ ਮਾਰ, ਤੇ ਉਹਨਾਂ ਦੀਆਂ ਬੁੱਢੀਆਂ ਨੂੰ, ਬੰਦਿਆਂ ਨੂੰ, ਬੁੱਢਿਆਂ ਨੂੰ, ਈਵਨ ਕਿ ਸ਼ੀਰਖਾਰ ਬੱਚਿਆਂ ਨੂੰ ਵੀ ਮਾਰ ਦੇਗੀ ਉਹਨਾਂ ਦੇ। ਤੁਸੀਂ ਲੱਖ ਦੁਆਵਾਂ ਕਰੀ ਜਾਓ ਜੀ, ਉਹਨੂੰ ਨਜ਼ਰ ਨਹੀਂ ਆਉਂਦਾ, ਉਹ ਬੱਚਿਆਂ ਨੂੰ ਪਿਆਰ ਕਰਦਾ, ਉਹ ਬੱਚਿਆਂ ਨੂੰ ਮਾਰਦਾ ਏ। ਉਹਦੇ ਵਾਸਤੇ ਕੋਈ ਅਹਿਮੀਅਤ ਨਹੀਂ ਕਿ ਤੂੰ ਬੁੱਢਾ ਹੈ, ਤੂੰ ਜਵਾਨ ਹੈ, ਤੂੰ ਬੱਚਾ ਹੈ, ਤੂੰ ਇਨਸਾਨ ਹੈ, ਤੂੰ ਗਲਤ ਕੀਤਾ ਹੈ, ਤੂੰ ਮਰੇਗਾ। ਤੇਰੇ ਵੱਡਿਆਂ ਗੁਨਾਹ ਕੀਤਾ ਸੀ, ਬੱਚੇ ਮਰਨਗੇ। ਹਾਂ, ਮੈਂ ਵਫਾਦਾਰ ਬਣ ਜਾਵਾਂ, ਮੈਂ ਲਾਂਤਾਂ ਨੂੰ ਆਪਣੀ ਜ਼ਿੰਦਗੀ ਤੋਂ ਖਤਮ ਕਰਾਂ, ਮੈਂ ਬਰਕਤ ਬਣ ਜਾਵਾਂ, ਉਹੀ ਬਰਕਤ ਆਉਣ ਵਾਲੀ ਨਸਲ ਦੇ ਵਿੱਚ ਜਾਏਗੀ। ਹਾਲੇਲੂਇਆ। ਤੇ ਕੋਈ ਵਡਿਆਈ ਨਹੀਂ ਹੈ ਕਿ ਜਨਾਬ ਹੋਣ ਨਹੀਂ ਦਿਆ ਤੇ ਹੋ ਗਿਆ ਤੇ ਹੋ ਜਾਣਾ ਚਾਹੀਦਾ। ਨਹੀਂ, ਤੁਸੀਂ ਪ੍ਰੋਬਲਮ 'ਚ ਪੈਣ ਵਾਲੇ ਹੋ, ਤੁਹਾਡੀਆਂ ਜ਼ਿੰਮੇਵਾਰੀਆਂ ਵਧਣ ਵਾਲੀਆਂ, ਤੁਸੀਂ ਨੱਕੋ ਨੱਕ ਹੋਣਾ ਆਉਣ ਵਾਲੇ ਟਾਈਮ 'ਚ। ਹੁਣ ਜਿਹੜਾ ਇੱਕ ਦੂਜੇ ਨੂੰ ਪਿਆਰ ਮੁਹੱਬਤ ਨਾਲ ਵੇਖ ਲੈਂਦੇ ਹੋ ਨਾ, ਕੁੱਤੇ ਖਾਣੇ ਹੋਣੀ ਹੈ। ਇਸ ਤੋਂ ਤਹਮੁਲ ਦੇ ਨਾਲ ਆਪਣਾ ਕੰਮ ਕਰੋ। ਜੇ ਤੁਸੀਂ ਹੁਣ ਕੰਮਾਂ ਨੂੰ ਪੂਰਾ ਕੀਤਾ, ਅੱਗੇ ਜਾ ਕੇ ਨਹੀਂ ਕਰਨਾ ਪਏਗਾ। ਸਰ ਜੀ, ਮੈਂ ਵੇਖਿਆ ਏ ਸ਼ਾਦੀ ਤੋਂ ਪਹਿਲੇ ਪੈਰੀਆਂ ਬੜੀਆਂ ਮੁਹੱਬਤ, ਕਿਉਂਕਿ ਗੱਲਾਂ ਸ਼ੁਰੂ ਹੋ ਜਾਂਦੀਆਂ, ਫਿਰ ਬੜੀਆਂ ਮੁਹੱਬਤ ਵਾਲੀਆਂ ਗੱਲਾਂ ਹੁੰਦੀਆਂ, ਫਿਰ ਸ਼ਾਦੀਆਂ ਹੁੰਦੀਆਂ, ਫਿਰ ਬੱਚੇ ਹੁੰਦੇ ਨੇ, ਤੇ ਫਿਰ ਇੱਕ ਦੂਜੇ ਨੂੰ ਵੇਖਣਾ ਵੀ ਪਸੰਦ ਹੈ। ਫਿਰ ਕਹਿੰਦੇ ਨਾ, ਬੱਚਿਆਂ ਦੀ ਵਜ੍ਹਾ ਤੋਂ ਤੇਰੇ ਨਾਲ ਆ ਮੈਂ, ਇਹ ਨਾ ਹੁੰਦੇ ਤੇ ਮੈਂ ਤਾਂ ਪਤਾ ਨਹੀਂ ਕੀ ਕਰ ਲੈਣਾ ਸੀ। ਕਿੰਨੇ ਕਿੰਨੇ ਸੁਣੀ ਇਹ ਗੱਲ। ਇਸ ਤੋਂ ਆਪਣੇ ਆਪ ਨੂੰ ਸਟਰੋਂਗ ਕਰੋ ਮਸੀਹ ਦੇ ਵਿੱਚ, ਮਸੀਹ ਦੇ ਨਾਲ ਜੁੜੇ ਰਹੋ। ਸਰ, ਉਹਦੇ ਸਾਹਮਣੇ ਹਾਜ਼ਰ ਹੋਣਾ ਹੈ, ਅਸੀਂ ਉਹਨੂੰ ਪਸੰਦ ਆਈਏ। ਹਾਲੇਲੂਇਆ। ਅਸੀਂ ਉਹਨੂੰ ਖੁਸ਼ ਕਰ ਸਕੀਏ, ਅਸੀਂ ਉਹਨੂੰ ਰਾਜ਼ੀ ਕਰ ਲਿਆ ਨਾ, ਅਸੀਂ ਉਹਦੇ ਸਾਹਮਣੇ ਅੱਛੇ ਬਣ ਗਏ। ਸਰ ਜੀ, ਦੁਨੀਆ ਦੀਆਂ ਅੱਛੀਆਂ ਚੀਜ਼ਾਂ ਉਹ ਤੁਹਾਨੂੰ ਲਿਆ ਕੇ ਤੁਹਾਡੀ ਝੋਲੀਆਂ ਦੇ ਵਿੱਚ ਪਾ ਦੇਗਾ, ਤੁਸੀਂ ਉਹਨੂੰ ਸਮਝਿਆ ਹੀ ਨਹੀਂ ਹੈ। हम आखिरी ज़माना में हैं और खुदा का कलाम ज़्यादा से ज़्यादा लोगों तक पहुंचाना ज़रूरी है। हो सकता है आपका एक शेयर किसी के ईमान को मजबूत करे,
और किसी ज़िंदगी को यीशु मसीह के करीब ले आए। वीडियो को लाइक और शेयर करें, अपनी राय कमेंट में ज़रूर लिखें और अर्थ टू हेवन मिनिस्ट्री के चैनल को सब्सक्राइब करके बेल आइकन को दबाएं ताकि हर आने वाली वीडियो सबसे पहले आप तक पहुंचे। जय मसीह की।